गुरु नानक पद पंकज बंदन पाद समरो अंगद दुख गुर अमर दास श्री गुरु गुरु अर्जन के नासक विघ्नन के नासक हर गोविंद शुभ मत प्रकाशक श्री हराय नमो कर जोरी नमो कर जोरी श्री हर कृष्ण मनाओ बहोरी तेग बहादुर परम कृपाला जी परम कृपाला श्री गुरु गोबिंद संग विशाला तारो तारा पर पुन पुन सीसा जी पुन पुन सीसा बंदो बार बार जगदीशा एकंकार सतगुरु ते प्रसाद सच होए फतेह है विघ्न विनाशन सोए ज्ञान है अमृत ज्ञान है मानक भगत राग गुरु ग्रंथ साहिब उदद बंदो कर अनुराग गुरु ग्रंथ साहिब उदद बंदो कर अनुराग सतनाम श्री वाहिगुरु साहिब जी मग मैं हो तो बेनवा डेरा आवत जब अजीत सिंह हीरा ऊंचे बोल चाजत पयो एक रजत पन दैबो कयो। वाहिगुरु जी का खालसा वाहिगुरु जी की फतेह। परम सत्कार योग सम्मान योग गुरु की साजी और नवाजी हुई गुरु स्वरूप गुरु खालसा साध संगत जियो धनता दे पात्र हो। नेता प्रति जगत गुरु श्री गुरु ग्रंथ साहिब जी महाराज जी दी पावन पवित्र हजूरी च हाजरियां भर के अपने जीवन दियां घड़ियां गुरु लेखे ला के सफला कर दे। सतगुरां दी रब्बी बाणी दा शब्द कीर्तन रागी ਸਿੰਘਾਂ ਦੀ रसना तो आप जी ने बहुत ही अदब सत्कार सहित सरवण किया है। वो दिन चल रहे ने जिस दिन समय दी सरकार ने दिल्ली तो फौजां चढ़ा के श्री अकाल तख्त साहब ते हमला करने वास्ते भेजा। सचखंड श्री हरमंदर साहब विखे पावन
ਪਾਵਨ ਸਰੂਪ ਜੋ ਮਹਾਰਾਜ ਜੀ ਦੇ ਪ੍ਰਕਾਸ਼ਮਾਨ ਹਨ, ਅੱਜ ਦੇ ਦਿਨ ਸਤਿਗੁਰਾਂ ਦੇ ਪਾਵਨ ਸਰੂਪ ਦੇ ਉੱਤੇ ਗੋਲੀ ਚਲਾਈ ਗਈ। ਉਹ ਸਰੂਪ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੇ ਪ੍ਰਕਾਸ਼ ਕਰਕੇ ਸੰਗਤਾਂ ਨੂੰ ਦਰਸ਼ਨ ਕਰਾਏ ਗਏ ਹਨ। ਇੱਕ ਵਾਰ ਗੋਲੀ ਨਰੈਣੂ ਮਹੰਤ ਨੇ ਚਲਾਈ ਸੀ ਨਨਕਾਣਾ ਸਾਹਿਬ ਦੀ ਧਰਤੀ ਤੇ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ। ਦੂਸਰੀ ਵਾਰ ਇਹ ਗੋਲੀ ਸਮੇਂ ਦੀ ਸਰਕਾਰ ਨੇ ਆਪਣੀਆਂ ਜਰਵਾਣੀਆਂ ਫੌਜਾਂ ਭੇਜ ਕੇ ਚਲਵਾਈ। ਸ਼ਾਂਤੀ ਦੇ ਮਹਾਮੁਜੱਸਮੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜੋ ਸਾਰੀ ਮਨੁੱਖਤਾ ਦੇ, ਸਾਰੀ ਸਾਂਝੀਵਾਲਤਾ ਦੇ ਸਾਂਝੇ ਰਹਿਬਰ ਨੇ, ਇਹ ਦਿਨ ਕਦੇ ਭੁਲਾਇਆ ਨਹੀਂ ਜਾ ਸਕਦਾ ਔਰ ਉਹਨਾਂ ਨੂੰ ਕਦੇ ਖਿਮਾ ਨਹੀਂ ਕੀਤਾ ਜਾ ਸਕਦਾ ਜਿਨ੍ਹਾਂ ਨੇ ਵਧੀਕੀਆਂ ਕੀਤੀਆਂ। ਉੱਥੇ ਅਨੇਕਾਂ ਸ਼ਹੀਦਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਆਪਣੇ ਨਾਲ ਆਪਣੀ ਸੁਰਤੀ ਵਿੱਚ, ਸਿਮਰਤੀ ਵਿੱਚ ਚੇਤੇ ਰੱਖੀਏ। ਜਦੋਂ ਨਰੈਣੂ ਮਹੰਤ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤੇ ਗੋਲੀ ਚਲਾਈ ਸੀ, ਮਹਾਰਾਜ ਜੀ ਦੀ ਬੀੜ ਸ਼ਹੀਦ ਹੋਈ, ਤਾਂ ਉਸ ਵੇਲੇ ਮਸੰਦਾਂ ਤੋਂ ਇਹੋ ਜਿਹੀ ਖੋਟੀ ਬਿਰਤੀ ਵਾਲਿਆਂ ਤੋਂ ਗੁਰੂ ਘਰ ਆਜ਼ਾਦ ਹੋਏ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ। ਉਹ ਪਾਵਨ ਸਰੂਪ ਰੋਸ ਵਜੋਂ ਜਦੋਂ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ 300 ਸਾਲਾ ਸ਼ਹੀਦੀ ਪੁਰਬ ਮਨਾਇਆ ਗਿਆ, ਤਾਂ ਨਗਰ ਕੀਰਤਨ ਦੇ ਵਿੱਚ ਜਿਹੜੀ ਪਾਵਨ ਬੀੜ ਲਜਾਈ ਗਈ, ਉਹ ਉਹੀ ਬੀੜ ਸੀ ਜਿਸ ਪਾਵਨ ਸਰੂਪ ਦੇ ਉੱਤੇ ਨਰੈਣੂ ਮਹੰਤ ਨੇ ਨਨਕਾਣਾ ਸਾਹਿਬ ਗੋਲੀਆਂ ਚਲਵਾਈਆਂ ਸੀ। ਅੱਜ ਵੀ ਉਹ ਪਵਿੱਤਰ ਬੀੜ ਪੰਥ ਨੇ ਸਾਂਭ ਕੇ ਰੱਖੀ। ਦੂਸਰੀ ਸ਼ਹੀਦੀ ਬੀੜ ਜੋ ਅੱਜ ਦੇ ਦਿਨ ਸ਼ਹੀਦ ਕੀਤੀ ਗਈ, ਇਸੇ ਕਰਕੇ ਗੁਰਮਤਾ ਕਰਕੇ, ਮਤਾ ਕਰਕੇ ਅੱਜ ਪੰਥ ਨੇ ਉਹ ਪਾਵਨ ਬੀੜ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਪ੍ਰਕਾਸ਼ ਕਰਕੇ ਬਾਬਾ ਗੁਰਬਖਸ਼ ਸਿੰਘ ਜੀ ਦੇ ਸ਼ਹੀਦੀ ਬੁੰਗੇ ਤੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਦਾ ਫੈਸਲਾ ਕੀਤਾ। ਲੜੀਵਾਰ ਗੁਰ ਇਤਿਹਾਸ ਦੀ ਪਵਿੱਤਰ ਅੰਮ੍ਰਿਤਮਈ ਕਥਾ ਆਪ ਜੀ ਸਰਵਣ ਕਰ ਰਹੇ ਹੋ। ਮਾਤਾ ਜੀ ਦੇ ਪਾਲਕ ਪੁੱਤਰ ਅਜੀਤ ਸਿੰਘ ਦੇ ਪ੍ਰਸੰਗ ਚੱਲ ਰਹੇ ਨੇ। ਮਾਤਾ ਜੀ ਨੇ ਇਹਨੂੰ ਛੇਕ ਦਿੱਤਾ ਆਪਣੇ ਵੱਲੋਂ, ਕਹਿ ਦਿੱਤਾ ਸਾਡੇ ਮੂੰਹ ਨਾ ਲੱਗੇ, ਅਸੀਂ ਇਹਦੇ ਮੱਥੇ ਨਹੀਂ ਲੱਗਣਾ, ਆਪਣੇ ਦਰਸ਼ਨ ਇਹਨੂੰ ਨਹੀਂ ਦੇਣੇ, ਨਾ ਇਹਦੇ ਦਰਸ਼ਨ ਕਰਨੇ। ਘਰ ਛੱਡ ਕੇ ਮਾਤਾ ਜੀ ਦਿੱਲੀ ਛੱਡ ਕੇ ਜਾਣਾ ਚਾਹੁੰਦੇ, ਪਰ ਸੰਗਤ ਦੀ ਬੇਨਤੀ ਮੰਨ ਕੇ ਮਾਤਾ ਜੀ ਦਿੱਲੀ ਟਿਕੇ ਹਨ ਤੇ ਇੱਕ ਸੁੰਦਰ ਨਵਾਂ ਮਕਾਨ ਸੰਗਤ ਨੇ ਬਣਾ ਕੇ ਮਾਤਾ ਜੀ ਦੇ ਨਿਵਾਸ ਲਈ ਦਿੱਤਾ ਹੈ। ਉੱਥੇ ਹੁਣ ਅਜੀਤ ਸਿੰਘ ਪੁਰਾਣੇ ਘਰ ਦੇ ਵਿੱਚ ਰਹਿੰਦਾ। ਇਹਦੇ ਖਰਚੇ ਦੀ ਤੰਗੀ ਹੋਈ ਕਿਉਂਕਿ ਸੰਗਤ ਸਾਰੀ ਸਤਿਗੁਰਾਂ ਦੀ ਜਿੰਨੀ ਵੀ ਗੁਰੂ ਘਰ ਦੀ ਮਾਤਾ ਜੀ ਦੇ ਚਰਨਾਂ ਚ ਆਉਂਦੀ, ਇਹਨੇ ਹੁਣ ਆਪਣੇ ਵਿਚੋਲੇ ਭੇਜ ਕੇ ਮਾਤਾ ਜੀ ਦੇ ਨਾਲ ਮਿਲਾਪ ਕਰਨ ਦੀ ਇੱਛਾ ਪ੍ਰਗਟ ਕੀਤੀ। ਪਰ ਮਾਤਾ ਜੀ ਨੇ ਸਪਸ਼ਟ ਲਫ਼ਜ਼ਾਂ 'ਚ ਕਹਿ ਦਿੱਤਾ ਕਿ ਅਸੀਂ ਆਪਣਾ ਪ੍ਰਣ ਨਹੀਂ ਤੋੜਨਾ, ਤੈਨੂੰ ਜੋ ਕੁਝ ਚਾਹੀਦਾ ਹੋਵੇ ਸਾਡੇ ਦਰਵਾਜ਼ੇ ਤੋਂ ਬਾਹਰੋਂ ਆ ਕੇ ਮੰਗ ਲਿਆ ਕਰ, ਮਿਲ ਜਾਇਆ ਕਰੇਗਾ, ਪਰ ਤੈਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ। ਤੋ ਅਜੀਤ ਸਿੰਘ ਇਸੇ ਤਰ੍ਹਾਂ ਕਰਦਾ, ਜੋ ਵਸਤੂ ਦੀ ਲੋੜ ਹੁੰਦੀ ਆ ਜਾ ਕੇ ਮਾਤਾ ਜੀ ਦੇ ਦਰਾਂ ਮੂਹਰੇ ਬਾਹਰ ਖਲੋ ਕੇ ਮੰਗ ਲੈਂਦਾ। ਰੋਜ਼ਾਨਾ ਇਹਨੇ ਨੇਮ ਬਣਾ ਲਿਆ, ਰੋਜ਼ ਆ ਕੇ ਮੱਥਾ ਟੇਕਦਾ ਤੇ ਵਾਪਸ ਜਾਂਦਾ। ਜਦੋਂ ਕੋਈ ਵਸਤੂ ਦੀ ਲੋੜ ਹੁੰਦੀ ਹੈ ਤਾਂ ਮੰਗ ਲੈਂਦਾ। ਮਾਤਾ ਜੀ ਖਜ਼ਾਨੇ 'ਚ ਇਹਨੂੰ ਉਹ ਵਸਤੂਆਂ ਦੇ ਦਿੰਦੇ ਨੇ। ਇਹਦੇ ਨਾਲ 60 ਘੋੜ ਸਵਾਰ ਸਿਪਾਹੀ ਜਿਹੜੇ ਹਮੇਸ਼ਾ ਤਿਆਰ ਬਰ ਤਿਆਰੇ ਦੇ ਨਾਲ ਰਹਿ ਕੇ ਵਿਚਰਦੇ ਨੇ। ਆਓ
ਜਿਵੇਂ ਵਿਨਾਸ਼ ਕਾਲੇ ਵਿਪਰੀਤ ਬੁੱਧੀ, ਇਹ ਘਟਨਾ ਘਟੀ ਹੈ। ਮਨ ਬਿਰਤੀਆਂ ਮਾਤਾ ਸੁੰਦਰੀ ਜੀ ਦੇ ਪਵਿੱਤਰ ਚਰਨਾਂ ਨਾਲ ਜੋੜੀਏ, ਇਕਾਗਰਤਾ ਬਣਾਈਏ ਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਗ ਮੈਂ ਹੋ ਤੋ ਬੇਨਵਾ ਡੇਰਾ। ਜਦੋਂ ਅਜੀਤ ਸਿੰਘ ਮਾਤਾ ਜੀ ਦੇ ਦਰਸ਼ਨਾਂ ਨੂੰ ਆਉਂਦਾ, ਜਿਹੜੇ ਰਸਤੇ ਚੋਂ ਲੰਘ ਕੇ ਆਉਂਦਾ ਸੀ ਆਪਣੇ ਘਰ ਤੱਕ ਜਾਣ ਲਈ, ਉਸੇ ਰਸਤੇ ਦੇ ਵਿੱਚ ਇੱਕ ਬੇਨਵੇ ਫਕੀਰ ਦਾ ਡੇਰਾ ਸੀ। ਉਹ ਰਸਤੇ 'ਚ ਹੀ ਬਹਿ ਰਹਿੰਦਾ ਸੀ। ਬੇਨਵੇ ਫਕੀਰ ਮੁਸਲਮਾਨ ਧਰਮ ਦੇ ਵਿੱਚ, ਮਜ਼ਹਬ ਦੇ ਵਿੱਚ ਥੋੜੇ ਜਿਹੇ ਆਜ਼ਾਦ ਜੀ ਬਿਰਤੀ ਦੀ ਧਾਰਨੀ ਹੁੰਦੇ ਆ। ਕੋਈ ਇਸਲਾਮ ਧਰਮ ਦੀਆਂ ਜਿਹੜੀਆਂ ਰਹੁ ਰੀਤੀਆਂ ਹੁੰਦੀਆਂ ਉਹਨਾਂ ਦੀ ਪਾਲਣਾ ਨਹੀਂ ਕਰਦੇ, ਬੇਪਰਵਾਹੀ 'ਚ ਰਹਿੰਦੇ ਆ। ਤੋ ਇੱਕ ਬੇਨਵਾ ਫਕੀਰ ਰਸਤੇ ਦੇ ਵਿੱਚ ਡੇਰਾ ਕਰਕੇ ਰੱਖਦਾ, ਜਿੱਥੋਂ ਅਜੀਤ ਸਿੰਘ ਜੀ ਲੰਘਦੇ ਹਨ। ਆਵਤ ਜਬ ਅਜੀਤ ਸਿੰਘ ਹੀਰਾ। ਜਦੋਂ ਉਸ ਬੇਨਵੇ ਫਕੀਰ ਨੇ ਅਜੀਤ ਸਿੰਘ ਨੂੰ ਆਉਂਦਿਆਂ ਵੇਖਿਆ, ਉੱਚੇ ਬੋਲਤ ਚਾਰ ਜਾਚਤ ਭਇਓ। ਉੱਚੀ ਆਵਾਜ਼ ਵਿੱਚ ਬੋਲ ਕੇ ਨਾ ਅਜੀਤ ਸਿੰਘ ਮੈਨੂੰ ਦਾਨ ਕਰ। ਉੱਚੀ ਆਵਾਜ਼ ਦੇ ਵਿੱਚ ਬੋਲ ਕੇ ਇਹਨੇ ਮੰਗਿਆ। ਏਕ ਰਜਤ ਪਨ ਦੈਬੋ ਕਯੋ। ਅਜੀਤ ਸਿੰਘ ਨੇ ਆਪਣੀ ਸੋਭਾ ਬੇਨਵੇ ਫਕੀਰ ਕੋਲੋਂ ਸੁਣੀ ਤੇ ਖੁਸ਼ ਹੋ ਕੇ 1 ਰੁਪਈਆ ਚਾਂਦੀ ਦਾ ਇਹਨੂੰ ਦਾਨ ਕੀਤਾ। ਇਸ ਹੀਰੇ ਤਕਈ ਦਿਨ ਲੀਨਾ। ਅਗਲੇ ਦਿਨ ਅਜੀਤ ਸਿੰਘ ਤਾਂ ਹੁਣ ਰੋਜ਼ ਆਉਂਦਾ ਸੀ ਮਾਤਾ ਜੀ ਦੇ ਦਰਸ਼ਨਾਂ ਨੂੰ। ਉਹਨੇ ਨੇਮ ਬਣਾਇਆ ਹੋਇਆ ਸੀ। ਹੁਣ ਇਹਨੇ ਬੇਨਵੇ ਫਕੀਰ ਨੇ ਵੀ ਨੇਮ ਬਣਾ ਲਿਆ, ਇਹਨੇ ਰੋਜ਼ ਹੀ ਮੰਗਣਾ। ਦੂਜੇ ਦਿਨ ਫੇਰ ਅਜੀਤ ਸਿੰਘ ਕੋਲੋਂ ਮੰਗਿਆ ਤੇ ਅਜੀਤ ਸਿੰਘ ਨੇ ਫੇਰ 1 ਰੁਪਈਆ ਇਹਨੂੰ ਦਾਨ ਕਰ ਦਿੱਤਾ। ਜਾਚੇ ਤੇ ਅਜੀਤ ਸਿੰਘ ਦੀਨ। ਇਹ ਤਾਂ ਕਈ ਦਿਨ ਬੀਤ ਗਏ। ਜਦੋਂ ਵੀ ਮੰਗਦੇ ਬੇਨਵਾ ਫਕੀਰ ਇਹਦੇ ਕੋਲੋਂ ਮੰਗਦਾ, ਅਜੀਤ ਸਿੰਘ ਇਹਨੂੰ ਬਦਲੇ ਵਿੱਚ 1 ਰੁਪਈਆ ਦੇ ਦਿੰਦਾ। ਇਮਹੀ ਕੇਤਕ ਦਿਵਸ ਬਤੀਤੇ। ਇਹ ਤਾਂ ਕੁਝ ਦਿਨ ਬਤੀਤ ਹੋ ਗਏ। ਆਵਤ ਜਾਤ ਤਸੀ ਮਗ ਨੀਤੇ। ਹੁਣ ਰਸਤਾ ਵੀ ਉਹੀ ਸੀ ਇੱਕੋ, ਜਿੱਥੋਂ ਅਜੀਤ ਸਿੰਘ ਰੋਜ਼ ਆਉਂਦਾ ਤੇ ਲੰਘਦਾ ਜਾਂਦਾ ਸੀ। ਬੇਨਵੇ ਫਕੀਰ ਨੇ ਵੇਖਿਆ ਵੀ ਵਾਹਵਾ ਮੌਜ ਲੱਗ ਗਈ ਆ, ਰੋਜ਼ ਇੱਥੋਂ ਲੰਘਦਾ, ਰੁਪਈਆ ਮਿਲ ਜਾਂਦਾ ਬੈਠੇ ਬਿਠਾਏ ਨੂੰ। 8-10 ਦਿਨ ਇਸੇ ਤਰ੍ਹਾਂ ਬੀਤ ਗਏ। ਰੋਜ਼ ਹੀ ਮੰਗਿਆ ਕਰੇ ਤੇ ਅਜੀਤ ਸਿੰਘ ਰੋਜ਼ ਇਹਨੂੰ 1 ਰੁਪਈਆ ਦੇ ਦਿਆ ਕਰੇ। ਇੱਕ ਦਿਨ ਜਾਚ ਬੇਨਵੇ ਤੈਸੇ। ਇਸੇ ਤਰ੍ਹਾਂ ਰੋਜ਼ ਵਾਂਗੂ ਜਿਵੇਂ ਉਹ ਮੰਗਦਾ ਸੀ, ਇੱਕ ਦਿਨ ਫੇਰ ਇਹਨੇ ਉਸੇ ਤਰ੍ਹਾਂ ਮੰਗਿਆ ਅਜੀਤ ਸਿੰਘ ਕੋਲੋਂ। ਦਏ ਅਜੀਤ ਸਿੰਘ ਜੁਗ ਪੈਸੇ। ਅੱਜ ਅਜੀਤ ਸਿੰਘ ਨੇ ਵੇਖਿਆ ਵੀ ਤਾਂ ਰੋਜ਼ ਦਾ ਕੰਮ ਹੋ ਗਿਆ, ਰੁਪਈਆ ਰੋਜ਼ ਹੀ ਮੰਗਦਾ ਹੈ, ਰੁਪਈਆ ਜ਼ਿਆਦਾ ਹੁੰਦਾ। ਇਹਨੇ ਕੀ ਕੀਤਾ, ਅੱਜ 2 ਪੈਸੇ ਦਿੱਤੇ ਇਹਨੂੰ, ਖੀਸੇ ਚੋਂ ਕੱਢੇ ਤੇ 2 ਪੈਸੇ ਜਿਹੜੇ ਸਨ ਉਹ ਬੇਨਵੇ ਫਕੀਰ ਨੂੰ ਦਿੱਤੇ। ਲਏ ਨਹੀਂ ਤਨ ਦੇ ਬਗਾਏ। ਪਰ ਉਹ ਅੱਗੇ 1 ਰੁਪਈਆ ਲੈਣਾ ਗਿੱਜਿਆ ਹੋਇਆ ਸੀ। 2 ਪੈਸੇ ਜਦੋਂ ਅਜੀਤ ਸਿੰਘ ਨੇ ਦਿੱਤੇ, ਇਹਨੇ ਨਹੀਂ ਲਏ, ਹੱਥ 'ਚ ਪਕੜ ਕੇ ਵਗਾ ਕੇ ਸੁੱਟ ਦਿੱਤੇ। ਕਹਿੰਦਾ ਲੈ ਜਾ ਆਪਣੇ, ਮੈਂ ਨਹੀਂ ਇਹ ਲੈਣੇ, ਮੈਨੂੰ ਤਾਂ 1 ਰੁਪਈਆ ਦੇ, ਕਿਉਂ ਜਿਵੇਂ ਅੱਗੇ ਰੋਜ਼ ਦਿੰਦਾ ਹੁੰਨਾ। ਉਹ 2 ਪੈਸੇ ਜਿਹੜੇ ਅਜੀਤ ਸਿੰਘ ਨੇ ਦਿੱਤੇ ਸਨ, ਇਹਨੇ ਵਗਾ ਕੇ ਸੁੱਟ ਦਿੱਤੇ, ਨਹੀਂ ਲਏ। ਚਲਿਓ ਸੰਗ ਹੋਇਆ ਕਹਿ ਪਿਛਵਾਏ। ਔਰ ਅਜੀਤ ਸਿੰਘ ਵਿੱਚ ਉਹ 2 ਪੈਸੇ ਚੁੱਕੇ ਤੇ ਉਹ ਟੁਰ ਕੇ ਚੱਲ ਪਏ। ਇਹ ਹੁਣ ਪਿੱਛੇ ਪਿੱਛੇ ਹੀ ਚੱਲ ਪਿਆ। ਅਜੀਤ ਸਿੰਘ ਅੱਗੇ ਅੱਗੇ ਤੇ ਪਿੱਛੇ ਮੰਗਦਾ ਜਾਵੇ ਵੀ ਮੈਨੂੰ ਰੁਪਈਆ ਦਾਨ ਕਰ, ਅਜੀਤ ਸਿੰਘ ਮੈਨੂੰ 1 ਰੁਪਈਆ ਦੇ। ਜਿਵੇਂ ਜਿੱਦ ਕਰੀ ਦੀ ਹੁੰਦੀ ਹੈ, ਏਦਾਂ ਜਿੱਦ ਕਰਦਾ ਹੋਇਆ ਪਿੱਛੇ ਪਿੱਛੇ ਮੰਗਣ ਵਾਸਤੇ ਨਾਲ ਹੀ ਚੱਲ ਪਿਆ ਇਹ ਫਕੀਰ। ਮਾਤ ਪੌਰ ਪਰ ਬੈਠਾ ਜਾਏ। ਜਿੱਥੇ ਮਾਤਾ ਜੀ ਦਾ ਦਰ ਸੀ, ਜਿੱਥੇ ਅਜੀਤ ਸਿੰਘ ਆ ਕੇ ਰੋਜ਼ ਬੈਠਦਾ ਸੀ ਮੱਥਾ ਟੇਕ ਕੇ, ਤਹ ਪੇ ਜਾਚਤ ਰਹੋ ਅਲਾਏ। ਅਜੀਤ ਸਿੰਘ ਨੇ ਉੱਥੇ ਮੱਥਾ ਟੇਕਿਆ ਤੇ ਉੱਥੇ ਹੀ ਪਹੁੰਚ ਗਿਆ ਬੇਨਵਾ ਫਕੀਰ। ਉੱਥੇ ਆ ਕੇ ਮੰਗੀ ਜਾਵੇ, ਟਿਕਾ ਨਾਲ ਅਜੀਤ ਸਿੰਘ ਨੂੰ ਬੈਠਣ ਨਾ ਦੇਵੇ, ਕੋਲ ਆ ਕੇ ਮੰਗਣ ਲੱਗ ਪਿਆ। ਕਹਿੰਦਾ ਰੁਪਈਆ ਦੇ ਮੈਨੂੰ,
ਤਾਂ ਤੇਰਾ ਖਹਿੜਾ ਛੱਡਣਾ, ਰੁਪਈਆ ਦਾਨ ਕਰ ਮੈਨੂੰ। ਏਦਾਂ ਬਾਰ-ਬਾਰ ਉੱਥੇ ਵੀ ਆ ਕੇ ਮੰਗਣ ਲੱਗ ਪਿਆ। ਕਿਤਕ ਸਮੈ ਥਿਰ ਹੋਇ ਕਰ ਚਾਲੇ। ਅਜੀਤ ਸਿੰਘ ਕੁਝ ਸਮਾਂ ਮਾਤਾ ਜੀ ਦੇ ਦਰਾਂ ਮੂਹਰੇ ਬੈਠਦਾ ਸੀ। ਮੱਥਾ ਟੇਕ ਕੇ ਉੱਥੋਂ ਜਦੋਂ ਵਾਪਸ ਆਪਣੇ ਘਰ ਨੂੰ ਤੁਰਿਆ, ਉਠ ਕਰ ਗਇਓ ਬੇਨਵਾ ਨਾਲੇ। ਉਹ ਬੇਨਵਾ ਫਕੀਰ ਜਦੋਂ ਅਜੀਤ ਸਿੰਘ ਉੱਠ ਕੇ ਗਿਆ ਤੇ ਉਹ ਵੀ ਪਿੱਛੇ ਪਿੱਛੇ ਉੱਠ ਕੇ ਟੁਰ ਪਿਆ। ਅਜੀਤ ਸਿੰਘ ਜਿੱਧਰ ਜਿੱਧਰ ਜਾਂਦਾ ਇਹ ਵੀ ਪਿੱਛੇ ਪਿੱਛੇ ਨਾਲ ਨਾਲ ਟੁਰਿਆ ਜਾਂਦਾ ਤੇ ਮੰਗੀ ਜਾਂਦਾ। ਆਪਣੇ ਘਰ ਮਹਿ ਜਾਏ ਪਰਵੇਸ਼ਾ। ਅਜੀਤ ਸਿੰਘ ਆਪਣੇ ਘਰ ਜਾ ਕੇ ਵੜ ਗਿਆ, ਜਿੱਥੇ ਉਹਦਾ ਨਿਵਾਸ ਸੀ, ਰਹਿائش ਸੀ। ਉੱਥੇ ਜਾ ਕੇ ਆਪਣੇ ਘਰ 'ਚ ਪ੍ਰਵੇਸ਼ ਕਰ ਗਿਆ। ਖਾਨ ਪਾਨ ਕਰ ਕਿਰਿਆ ਅਸ਼ੇਸ਼ਾ। ਇਹਨੇ ਘਰ ਜਾ ਕੇ ਖਾਨ ਪਾਨ ਕੀਤਾ, ਸਰੀਰ ਦੀ ਕਿਰਿਆ ਵਗੈਰਾ ਸੋਧੀ। ਕਰਿਓ ਆਰਾਮ ਦੁਪਹਿਰਾ ਟਰਿਓ। ਦੁਪਹਿਰ ਦਾ ਸਮਾਂ ਸੀ, ਦੁਪਹਿਰੇ ਇਹਨੇ ਆਰਾਮ ਕੀਤਾ। ਆਰਾਮ ਕਰਦਿਆਂ ਜਦੋਂ ਦੁਪਹਿਰਾ ਢਲ ਗਿਆ, ਸ਼ਾਮ ਜੇ ਦਾ ਸਮਾਂ ਹੋਇਆ, ਬਕਹਿ ਬੇਨਵਾ ਬਾਹਰ ਖਰਿਓ। ਉਹ ਜਿਹੜਾ ਬੇਨਵਾ ਸੀ ਉਹ ਜਿੱਦੇ ਪਿਆ, ਉਹ ਬਾਹਰ ਖਲੋਤਾ ਫਿਰ ਮੰਗੀ ਜਾਂਦਾ। ਨਿਕਲੋ ਅਜੀਤ ਸਿਆ ਬਾਹਰ, ਮੈਨੂੰ ਰੁਪਈਆ ਦਾਨ ਕਰ। ਏਦਾਂ ਨਹੀਂ ਮੈਂ ਤੇਰਾ ਖਹਿੜਾ ਛੱਡਦਾ, ਏਦਾਂ ਨਹੀਂ ਮੈਂ ਤੇਰੀ ਜਿੰਦ ਛੱਡਦਾ। ਉਹ ਬਾਹਰ ਇਹਨਾਂ ਦਾ ਏਦਾਂ ਹੁੰਦਾ ਵੀ ਕਈ ਵਾਰੀ ਬੱਕੜਵਾਦ ਜੋ ਮੂੰਹ ਵਿੱਚ ਆਉਂਦਾ ਬਕਵਾਸ ਉਹ ਵੀ ਬੋਲੀ ਜਾਂਦੇ ਆ। ਉਹ ਖਿਜਿਆ ਹੋਇਆ ਬੇਨਵਾ ਫਕੀਰ ਬਾਹਰੋਂ ਜਿਹੜੇ ਨਾ ਕਹਿਣ ਵਾਲੇ ਬੋਲ ਨੇ ਉਹ ਵੀ ਬੋਲੀ ਜਾਂਦਾ ਤੇ ਨਾਲੇ ਮੰਗੀ ਜਾਂਦਾ। ਪੁਨ ਸੁਖਾ ਚੱਕ ਬਾਹਰ ਗਇਓ। ਉਧਰੋਂ ਅਜੀਤ ਸਿੰਘ ਇਹ ਆਪਣੇ ਘਰੋਂ ਇਸ਼ਨਾਨ ਪਾਨ ਕਰਕੇ, ਕਿਉਂਕਿ ਸ਼ਾਮ ਨੂੰ ਇਹ ਬਾਹਰ ਟਹਿਲਣ ਜਾਇਆ ਕਰਦਾ ਸੀ ਬਾਜ਼ਾਰ ਵਿੱਚ, ਤੋ ਅਜੀਤ ਸਿੰਘ ਆਪਣੇ ਬੰਦਿਆਂ ਸਮੇਤ ਘਰੋਂ ਜਦੋਂ ਬਾਹਰ ਨਿਕਲਿਆ, ਤਹ ਪੀ ਕਹਿਤ ਸੰਗ ਹੀ ਭਇਓ। ਜਦੋਂ ਬਾਹਰ ਆਇਆ ਤੇ ਬਾਹਰ ਆਉਂਦੇ ਨੂੰ ਵੇਖ ਕੇ ਕਹਿੰਦਾ, ਆ ਗਿਆ ਅਜੀਤ ਸਿੰਘ, ਲਿਆ ਰੁਪਈਆ ਮੇਰਾ। ਅਜੀਤ ਸਿੰਘ ਨੇ ਇਹਨੂੰ ਬੇਪਰਵਾਹੀ ਦੇ ਨਾਲ ਇਹਦੇ ਵੱਲ ਵੇਖਿਆ ਨਹੀਂ, ਘੋੜੇ ਤੇ ਚੜ ਗਿਆ। ਇਹ ਪਿੱਛੇ ਪਿੱਛੇ ਫਿਰ ਟੁਰ ਪਿਆ। ਕਹਿੰਦਾ ਛੱਡਦਾ ਮੈਂ ਵੀ ਨਹੀਂ ਏਦਾਂ, ਰੁਪਈਆ ਤਾਂ ਮੈਂ ਵੀ ਲੈ ਕੇ ਜਾਵਾਂਗਾ ਤੇਰੇ ਕੋਲੋਂ। ਊਚ ਨੀਚ ਬਚ ਬਕਹਿ ਕਡੇਰੇ। ਉੱਚੇ ਨੀਵੇਂ ਬੋਲ ਬੋਲੀ ਜਾਂਦਾ, ਮਾੜੇ ਬੋਲ ਜਿਹੜੇ ਨਾ ਕਹਿਣ ਵਾਲੇ ਹੋਣ ਉਹ ਅਜੀਤ ਸਿੰਘ ਨੂੰ ਕਹੀ ਜਾਂਦਾ। ਬਹੁਤ ਜ਼ਿਆਦਾ ਭੱਦੇ ਸ਼ਬਦ ਜਿਹੜੇ ਨੇ ਉਹ ਬੇਨਵਾ ਫਕੀਰ ਵਰਤਣ ਲੱਗ ਪਿਆ। ਜਿਨ ਕੇ ਸੁਨਤ ਦੁਖਤ ਬਹੁ ਤੇਰੇ। ਇਹੋ ਜੇ ਬੋਲ ਬੋਲਣ ਲੱਗ ਪਿਆ ਵੀ ਨਾ ਤਾਂ ਇਹਨੂੰ ਹੁਣ ਜਵਾਬ ਦੇਣ ਜੋਗੇ, ਕਿਉਂਕਿ ਇਹਨਾਂ ਦਾ ਸੁਭਾਅ ਹੀ ਇਹੋ ਜਿਹਾ ਹੁੰਦਾ ਬੇਨਵੇ ਫਕੀਰਾਂ ਦਾ। ਬੋਲ ਬੋਲਦਾ, ਕਬੋਲ ਬੋਲਦਾ। ਹੁਣ ਜਿਨ੍ਹਾਂ ਨੂੰ ਸੁਣ ਕੇ ਇਹਦਾ ਮਨ ਦੁਖੀ ਹੁੰਦਾ। ਪੁਰਤੇ ਵਹਿਰ ਕੋ ਨਾ ਨਰ ਜਹਾਂ। ਅਜੀਤ ਸਿੰਘ ਨਗਰ ਤੋਂ ਬਾਹਰ ਵਾਲੇ ਪਾਸੇ ਨੂੰ ਚਲਾ ਗਿਆ ਤੇ ਬਾਹਰਲੇ ਪਾਸੇ ਜਦੋਂ ਗਿਆ ਤੇ ਇਹ ਵੀ ਪਿੱਛੇ ਪਿੱਛੇ ਨਾਲ ਹੀ ਟੁਰ ਪਿਆ। ਅੱਗੇ ਅਜੀਤ ਸਿੰਘ ਬਾਜ਼ਾਰ ਵਾਲੇ ਪਾਸੇ ਜਾਂਦਾ ਸੀ, ਅੱਜ ਉਹਨੇ ਵੀ ਨੀਤੀ ਵਰਤੀ ਵੀ ਇਹਨੇ ਬਾਜ਼ਾਰ 'ਚ ਬੇਇੱਜ਼ਤੀ ਕਰਨੀ ਹੈ ਵੀ ਆਪਾਂ ਅੱਜ ਬਾਹਰ ਨੂੰ ਨਗਰ ਤੋਂ ਜਿੱਧਰ ਉਜਾੜ ਜਾ ਹੋਵੇ, ਬੀਆਬਾਨ ਜਾਂ ਉਸ ਪਾਸੇ ਚਲੇ ਜਾਂਦੇ ਆ। ਇਹ ਅਜੀਤ ਸਿੰਘ ਉਸੇ ਪਾਸੇ ਟੁਰ ਪਿਆ। ਬੋਲਤ ਖਿਜਤ ਪਹੁੰਚੇ ਤਹਾਂ। ਤੇ ਵੀ ਪਿੱਛੇ ਪਿੱਛੇ ਉੱਥੇ ਨਾਲ ਹੀ ਟੁਰਿਆ ਜਾਵੇ, ਕਹੇ ਜਿੱਧਰ ਮਰਜ਼ੀ ਚਲਾ ਜਾ, ਜੰਗਲ 'ਚ ਫਿਰ ਜਿੱਥੇ ਮਰਜ਼ੀ ਫਿਰ, ਮੈਂ ਤਾਂ ਰੁਪਈਆ ਤੇਰੀ ਜਿੰਦ ਕੋਲੋਂ ਲੈ ਕੇ ਜਾਣਾ ਹੀ ਜਾਣਾ। ਨਾਲੇ ਕਈ ਕਬੋਲ ਬੋਲਦਾ ਵੀ ਤੂੰ ਮੈਨੂੰ ਸਵੇਰ ਦਾ ਖਰਾਬ ਕਰਦਾ, ਪਿੱਛੇ ਟੋਰਿਆ ਹੋਇਆ। ਹੁਣ ਅਜੀਤ ਸਿੰਘ ਵੀ ਬਹੁਤ ਜ਼ਿਆਦਾ ਖਿਜ ਗਿਆ ਇਹਦੀ ਇਹੋ ਜੀ ਭੈੜੀ ਬਿਰਤੀ ਵੇਖ ਕੇ। ਬਹੁ ਉੱਚੇ ਦੁਰਬਾਕ ਬਖਾਨੇ। ਚਲੋ ਕੱਲਾ ਰੁਪਈਆ ਮੰਗੇ ਗੱਲ ਵੱਖਰੀ, ਹੁਣ ਭੈੜੇ ਬੋਲ ਬੋਲਣ ਲੱਗ ਪਿਆ, ਗਾਲਾਂ ਕੱਢਣ ਲੱਗ ਪਿਆ ਅਜੀਤ ਸਿੰਘ ਨੂੰ, ਦੁਰਬਚਨ ਬੋਲਣ ਲੱਗ ਪਿਆ। ਜਹ ਗਮਨੇ ਤੈ ਸੰਗ ਪਿਆਨੇ। ਜਿੱਧਰ ਜਿੱਧਰ ਅਜੀਤ ਸਿੰਘ ਜਾਂਦਾ ਉੱਥੇ ਉੱਥੇ ਪਿੱਛੇ ਪਿੱਛੇ ਨਾਲ ਹੀ ਟੁਰਿਆ ਜਾਂਦਾ। ਖਹਿੜਾ ਨਹੀਂ ਛੱਡਦਾ ਅਜੀਤ ਸਿੰਘ ਦਾ। ਕੁਪਿਓ ਅਜੀਤ ਸਿੰਘ ਸੁਨ ਕਰਕੇ। ਬੋਲਦਿਆਂ ਬੋਲਦਿਆਂ ਇਹਨੇ ਫਿਰ ਬਹੁਤਾ ਮਾੜੇ ਸ਼ਬਦ ਵਰਤੇ ਨਾ, ਜਦੋਂ ਅਜੀਤ ਸਿੰਘ ਨੂੰ ਬਹੁਤੀਆਂ ਹੀ ਗਾਲਾਂ ਕੱਢਣ ਲੱਗ ਪਿਆ। ਫਿਰ ਅਜੀਤ ਸਿੰਘ ਦੇ ਕੋਲੋਂ ਵੀ ਬਰਦਾਸ਼ਤ ਨਹੀਂ ਹੋਇਆ। ਪੁਰ ਜਨ ਨਿਕਟ ਨਾ ਭਲੇ ਨਿਹਰ ਕੈ। ਅਜੀਤ ਸਿੰਘ ਨੇ ਵੇਖਿਆ ਵੀ ਸੱਜੇ ਖੱਬੇ ਕੋਈ ਬੰਦਾ ਨਹੀਂ ਦਿਸਦਾ ਨਗਰ ਦਾ, ਵੀ ਹੁਣ ਐਨ ਜੰਗਲ ਜੇ ਦਾ ਇਲਾਕਾ ਇਕਾਂਤ ਜਿਹਾ ਹੈ। ਆਲੇ ਦੁਆਲੇ ਨਿਗਾਹ ਮਾਰੀ ਵੀ ਕੋਈ ਨਗਰ ਦਾ ਨੱਬਾ ਨਹੀਂ ਪਿਆ ਵੇਖਦਾ। ਨਿਜ ਸਿੰਘਨ ਸੰਗ ਹੁਕਮ ਬਖਾਨਾ। ਜਿਹੜੇ ਇਹਦੇ ਨਾਲ ਸਿੰਘ ਸਨ, ਅਜੀਤ ਸਿੰਘ ਨੇ ਉਹਨਾਂ ਨੂੰ ਹੁਕਮ ਕੀਤਾ, ਕਹਿਣ ਲੱਗਾ, ਪਕੜੈ ਬੇਨਵੇ
ਹਨਿਯਹ ਪ੍ਰਾਨਾ। ਕਹਿੰਦੇ ਫੜੋ ਸਿੰਘੋ ਇਹਨੂੰ, ਫੜ ਕੇ ਦੇ ਪ੍ਰਾਣ ਕੱਢ ਲੋ, ਇਹਦੀ ਜਿੰਦ ਜਿਹੜੀ ਹੁਣ ਬਹੁਤੇ ਚਿਰ ਵਾਸਤੇ ਸਰੀਰ 'ਚ ਨਹੀਂ ਟਿਕਣੀ ਚਾਹੀਦੀ, ਇਹਦੇ ਪ੍ਰਾਣ ਕੱਢ ਦਿਓ, ਫੜ ਕੇ ਹੁਣ ਇਹਨੂੰ ਮਾਰ ਦਿਓ। ਕੂਪ ਸਮੀਪ ਵੇਚ ਦਹੁ ਗੇਰੇ। ਆ ਲਾਗੇ ਖੂਹ ਆ, ਉਹਦੇ ਵਿੱਚ ਸੁੱਟ ਦਿਓ। ਖੂਹ ਜਿਹੜਾ ਉਹ ਚੱਲਦਾ ਨਹੀਂ ਸੀ, ਕਹਿੰਦੇ ਖੂਹ ਦੇ ਵਿੱਚ ਇਹਨੂੰ ਸੁੱਟ ਦਿਓ। ਹਟਤ ਨ ਮੂੜ ਸੰਗ ਤੇ ਮੂਰੇ। ਔਰੇ ਮੂਰਖ ਹਟਦਾ ਨਹੀਂ, ਸਵੇਰ ਦਾ ਮਗਰ ਪਿਆ ਹੋਇਆ, ਦਰਾਂ ਮੂਰੇ ਬੈਠਾ, ਹੁਣ ਬਹੁਤੇ ਜ਼ਿਆਦਾ ਕਬੂਲ ਬੋਲਣ ਲੱਗ ਪਿਆ। ਜਹ ਦੁਰਬਾਕ ਬਖਾਨਤ ਖਰਿਓ। ਇਹ ਕਹਿੰਦਾ ਕਿਵੇਂ ਮਾਰ ਦੋਗੇ ਮੈਨੂੰ ਤੁਸੀਂ, ਫੇਰ ਅੱਗੋਂ ਟਿੜੀ ਜਾਵੇ, ਫੇਰ ਔਖਾ ਭਾਰਾ ਹੋਈ ਜਾਵੇ। ਜਿੱਥੇ ਖਲੋਤਾ ਇਹ ਬੇਨਵਾ ਫਕੀਰ ਗਲਤ ਬੋਲਦਾ ਸੀ, ਉੱਥੇ ਅਜੀਤ ਸਿੰਘ ਦੇ ਸਾਥੀ ਗਏ। ਜੁਗ ਸਿੰਘਨ ਦੜ ਪਕਰਨ ਕਰਿਓ। ਉਹ ਜਿਹੜੇ ਸਾਥੀ ਸੀ ਅਜੀਤ ਸਿੰਘ ਦੇ, ਉਹਨਾਂ ਨੇ ਆ ਕੇ ਇਹਦੀਆਂ ਬਾਹਾਂ ਤੋਂ ਫੜਿਆ। ਪ੍ਰਾਨ ਹਾਨ ਤਤ ਛਿਨ ਕਰ ਦੀਨ। ਉਸੇ ਵੇਲੇ ਸ਼ਸਤਰ ਦਾ ਵਾਰ ਕੀਤਾ ਤੇ ਇਹਦੇ ਪ੍ਰਾਣ ਕੱਢ ਲਏ। ਇਹਦੀ ਕੀਤੀ ਕਰਨੀ ਦਾ ਫਲ ਉਸੇ ਵੇਲੇ ਨੂੰ ਦੇ ਦਿੱਤਾ। ਪੁਰ ਕੇ ਦੂਰ ਕੂਪ ਕੋ ਚੀਨ। ਨਗਰ ਤੋਂ ਬਾਰ-ਬਾਰ ਇੱਕ ਖਾਲੀ ਖੂਹ ਸੀ ਜਿਹੜਾ ਚੱਲਦਾ ਨਹੀਂ ਸੀ, ਤਿਸ ਮਹਿ ਡਾਰ ਅਗਾਰੀ ਗਏ। ਉਹਦੇ ਵਿੱਚ ਸੁੱਟ ਕੇ ਇਹਦੀ ਲਾਸ਼ ਨੂੰ ਤੇ ਅਜੀਤ ਸਿੰਘ ਅੱਗੇ ਨੂੰ ਚਲਾ ਗਿਆ। ਕਰ ਕੈ ਸੋਚ ਅਪਰ ਮਗ ਆਏ। ਔਰ ਸਰੀਰ ਦੀ ਕਿਰਿਆ ਵਗੈਰਾ ਸੋਧ ਕੇ ਬਾਹਰੋਂ ਜੰਗਲ ਚੋਂ ਉਸ ਰਸਤਿਓਂ ਨਹੀਂ ਆਏ, ਫਿਰ ਕਿਸੇ ਹੋਰ ਰਸਤਿਓਂ ਵਾਪਸ ਆ ਗਿਆ। ਆਪਣੇ ਸਦਨ ਪ੍ਰਵੇਸ਼ ਥਰੂ ਹੈ। ਔਰ ਅਜੀਤ ਸਿੰਘ ਆਪਣੇ ਘਰ ਆ ਕੇ ਪ੍ਰਵੇਸ਼ ਕਰ ਗਿਆ ਜਿੱਥੇ ਰਹਿੰਦਾ ਸੀ। ਖਾਨ ਪਾਨ ਨਿਜ ਕਰਮ ਕਰਿਓ ਹੈ। ਔਰ ਜਾ ਕੇ ਖਾਨ ਪਾਨ ਕੀਤਾ, ਇਹਨੇ ਲੰਗਰ ਪ੍ਰਸ਼ਾਦਾ ਛਕਿਆ। ਸੰਧਿਆ ਪਏ ਪ੍ਰਤੀਖਤ ਡੇਰੇ। ਉਧਰ ਜਿਹੜੇ ਬੇਨਵੇ ਦੇ ਚੇਲੇ ਸੀ ਡੇਰੇ ਵਿੱਚ ਰਹਿੰਦੇ, ਉਹਨਾਂ ਵੇਖਿਆ ਸ਼ਾਮ ਪੈ ਗਈ ਹੈ, ਸਾਡਾ ਫਕੀਰ ਨਹੀਂ ਵਾਪਸ ਪਰਤਿਆ। ਬੇਨਵਾ ਜਿਹੜੇ ਉਹਦੇ ਚੇਲੇ ਸੀ ਡੇਰੇ ਵਿੱਚ, ਵੀ ਅੱਗੇ ਤਾਂ ਸ਼ਾਮ ਨੂੰ ਆ ਜਾਂਦਾ ਹੁੰਦਾ, ਰਾਤ ਪੈ ਗਈ ਹੈ, ਅੱਜ ਨਹੀਂ ਵਾਪਸ ਪਰਤਿਆ। ਉਹ ਚੇਲੇ ਉਡੀਕਦੇ ਨੇ। ਨਹੀਂ ਬੇਨਵਾ ਨਿਜ ਥਲ ਹੀਰੇ। ਉਹਨਾਂ ਵੇਖਿਆ ਵੀ ਜਿਹੜੀਆਂ ਜਿਹੜੀਆਂ ਥਾਵਾਂ ਤੇ ਅੱਗੇ ਫਿਰਦਾ ਹੁੰਦਾ ਬੇਨਵਾ, ਉੱਥੇ ਜਾ ਕੇ ਉਹਨਾਂ ਨੇ ਭਾਲ ਕੀਤੀ ਤੇ ਉਹ ਨਜ਼ਰ ਨਹੀਂ ਆਇਆ। ਸੋਧਨ ਲਗੇ ਚੇਲ ਕਾ ਫਿਰੈ। ਉਹਦੇ ਜਿੰਨੇ ਚੇਲੇ ਸੀ ਬੇਨਵੇ ਫਕੀਰ ਦੇ, ਉਹਦੀ ਭਾਲ ਕਰਨ ਲੱਗੇ, ਉਹਨੂੰ ਲੱਭਣ ਲੱਗੇ। ਇਤੇ ਉਤ ਦੇਖਤ ਬੂਝਨ ਕਰੈ। ਇੱਧਰ ਉੱਧਰ ਵੇਖਦੇ ਨੇ, ਭਾਲਦੇ ਨੇ ਤੇ ਲੋਕਾਂ ਕੋਲੋਂ ਪੁੱਛਦੇ ਨੇ। ਰਾਤ ਅਰਧ ਲਓ ਖੋਜਨ ਕਰਿਓ। ਅੱਧੀ ਰਾਤ ਤਾਈਂ ਉਹ ਚੇਲੇ ਲੱਭਦੇ ਰਹੇ ਫਕੀਰ ਨੂੰ, ਜਿਹੜੇ ਬੇਨਵੇ ਫਕੀਰ ਦੇ ਅੱਗੇ ਚੇਲੇ ਸੀ। ਅੱਧੀ ਰਾਤ ਬੀਤ ਗਈ ਉਹਨਾਂ ਨੂੰ ਲੱਭਦਿਆਂ ਲੱਭਦਿਆਂ, ਪਰ ਬੇਨਵਾ ਫਕੀਰ ਨਹੀਂ ਮਿਲਿਆ। ਨਹਿ ਪੁਰ ਮਹਿ ਕਿਸ ਥਾਨ ਨਿਹਰਿਓ। ਨਾ ਨਗਰ ਵਿੱਚ ਕਿਸੇ ਬਾਜ਼ਾਰ 'ਚ ਦਿਸਿਆ, ਨਾ ਬਾਹਰ ਕਿਤੇ ਨਜ਼ਰ ਆਇਆ। ਪੁਨ ਪ੍ਰਭਾਤ ਉਠ ਗਰੀ ਬਾਜ਼ਾਰ। ਇਹਨਾਂ ਵੇਖਿਆ ਵੀ ਹੁਣ ਅੱਧੀ ਰਾਤ ਹੋ ਗਈ, ਹੁਣ ਲੱਭਣਾ ਔਖਾ ਹੈ। ਰਾਤ ਇਹਨਾਂ ਬਤੀਤ ਕੀਤੀ ਤੇ ਅਗਲਾ ਦਿਨ ਲੋ ਹੀ ਲੱਗੀ ਤੇ ਫਿਰ ਲੱਭਣ ਟੁਰ ਪਏ। ਜਿੰਨੇ ਉਹਦੇ ਚੇਲੇ ਸਨ ਉਹਦੀ ਭਾਲ ਕਰਨ ਲਈ ਟੁਰ ਪਏ। ਕਿਨਹੁ ਬਲੋ ਕਿਉ ਦੇਹੋ ਸੁਧ ਸਾਰ। ਉੱਚੀ ਉੱਚੀ ਆਵਾਜ਼ 'ਚ ਸ਼ਹਿਰ 'ਚ ਬੋਲਦੇ ਫਿਰਦੇ ਨੇ, ਸਾਡਾ ਬੇਨਵਾ ਫਕੀਰ ਕਿਸੇ ਨੇ ਵੇਖਿਆ ਤਾਂ ਦੱਸੋ, ਕਿਸੇ ਨੇ ਵੇਖਿਆ ਉਹਨੂੰ ਕਿਤੇ ਜਾਂਦਿਆਂ ਤਾਂ ਦੱਸੋ। ਕਹਿ ਦਿਓ ਸੁਨਾਏ ਪ੍ਰਸੰਗ। ਸਾਰੇ ਨਗਰ ਦੇ ਵਿੱਚ ਇਹਨਾਂ ਨੇ ਡੋਂਡੀ ਪੇਟ ਦਿੱਤੀ, ਕੱਲੇ ਕੱਲੇ ਘਰ ਵਿੱਚ ਜਾ ਕੇ ਖਬਰ ਸੁਣਾਈ ਕਿ ਕੋਈ ਤਾਂ ਸਾਨੂੰ ਦੱਸੇ। ਫਿਰਤ ਅਜੀਤ ਸਿੰਘ ਕੇ ਸੰਗ। ਜਿਨ੍ਹਾਂ ਵੇਖਿਆ ਸੀ ਉਹ ਕਹਿੰਦੇ ਅੱਜ ਅਜੀਤ ਸਿੰਘ ਨਾਲ ਫਿਰਦਾ ਵੇਖਿਆ ਸੀ, ਕੱਲ ਸਾਰਾ ਦਿਨ ਉਹਦੇ ਪਿੱਛੇ ਪਿੱਛੇ ਟੁਰਦਾ ਸੀ, ਉਹਨੂੰ ਗਾਲਾਂ ਕੱਢੀ ਜਾਂਦਾ ਸੀ, ਨਾਲੇ ਉਹਦੇ ਕੋਲ ਰੁਪਈਆ ਮੰਗਦਾ ਸੀ। ਅਸੀਂ ਕੱਲ ਅਜੀਤ ਸਿੰਘ ਦੇ ਪਿੱਛੇ ਫਿਰਦਿਆਂ ਉਹਨੂੰ ਵੇਖਿਆ। ਬੂਝੇ ਸਿੰਘ ਨ ਕਹੂੰ ਬਤਾਇਓ। ਉਹ ਜਿੰਨੇ ਚੇਲੇ ਸੀ ਉੱਥੇ ਅਜੀਤ ਸਿੰਘ ਦੇ ਸਾਥੀਆਂ ਕੋਲ ਆਏ, ਉਹਨਾਂ ਨੂੰ ਪੁੱਛਣ ਲੱਗੇ ਵੀ ਦੱਸੋ ਸਾਡਾ ਫਕੀਰ ਤਾਂ ਨਹੀਂ ਵੇਖਿਆ। ਅੱਗੋਂ ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਜੀ ਸਾਨੂੰ ਤਾਂ ਨਹੀਂ ਪਤਾ। ਕਰਤ ਬਿਰਲਾਪ ਨਹੀਂ ਜਬ ਪਾਇਓ। ਉਹਦੇ ਰੌਣ ਲੱਗੇ ਜਿੰਨੇ ਚੇਲੇ ਸੀ, ਉੱਚੀ ਉੱਚੀ ਪਿੱਟਣ ਲੱਗੇ ਵੀ ਸਾਡਾ ਬੇਨਵਾ ਫਕੀਰ ਕਿੱਧਰ ਗਿਆ, ਧਰਤੀ ਵਿੱਚ ਧਸ ਗਿਆ ਜਾਂ ਆਕਾਸ਼ ਵਿੱਚ ਉੱਡ ਗਿਆ, ਗਿਆ ਕਿਤੇ, ਉਹ ਤਾਂ ਜਾਂਦਾ ਹੀ ਨਹੀਂ ਛੱਡ ਕੇ ਨਗਰ ਨੂੰ। ਏਦਾਂ ਭਾਲ ਕਰਦੇ ਨੇ। ਸਾਗਰੇ ਪੁਰੇ ਪ੍ਰਚਰਿਓ ਬਿਰਤੰਤ। ਗੱਲ ਕੀ ਸਾਰੇ ਨਗਰ ਵਿੱਚ ਗੱਲ ਫੈਲ ਗਈ,
ਸਾਰੇ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਖਬਰ ਫੈਲ ਗਈ ਨਹੀਂ ਬੇਨਵਾ ਕਹੂੰ ਲਭੰਤ। ਕਿ ਉਹ ਬੇਨਵਾ ਫਕੀਰ ਕਿਤੇ ਨਹੀਂ ਪਿਆ ਲੱਭਦਾ। ਹੈਗਾ ਵੀ ਪ੍ਰਸਿੱਧ ਸੀ, ਉਹ ਤਾਂ ਹੀ ਅੱਗੋਂ ਚੇਲੇ ਸੀ ਨਾ। ਨਗਰ ਦੇ ਵਿੱਚ ਕੋਈ ਮਾੜੀ ਮੋਟੀ ਪ੍ਰਸਿੱਧੀ ਹੋਵੇਗੀ ਉਸ ਬੇਨਵੇ ਦੀ। ਕਹਿੰਦੇ ਕਿੱਥੇ ਚਲਾ ਗਿਆ, ਨਹੀਂ ਪਿਆ ਲੱਭਦਾ, ਭਾਲ ਕਰਦਿਆਂ ਦੋਹਰਾ ਚਾਰਤ ਛਾਂਗ ਉਜਾਰ ਮਹਿ ਵਿਚਰਤ ਹੋ ਤੋ ਅਯਾਲ। ਕਹਿੰਦੇ ਇੱਕ ਆਜੜੀ ਕਿਤੇ ਬਾਹਰ ਭੇਡਾਂ ਤੇ ਬੱਕਰੀਆਂ ਚਾਰਦਾ ਸੀ ਬਾਹਰ ਉਜਾੜ ਤੇ, ਜਿੱਥੇ ਅਜੀਤ ਸਿੰਘ ਹੋਣੀ ਬੇਨਵੇ ਫਕੀਰ ਨੂੰ ਮਾਰ ਕੇ ਆਏ ਸੀ, ਸੁੱਟ ਕੇ ਆਏ ਸੀ ਖੂਹ 'ਚ। ਦੇਵ ਨੇ ਤੋਂ ਜੰਗਲ 'ਚ ਫਿਰਦਾ ਸੀ, ਬੱਕਰੀਆਂ ਭੇਡਾਂ ਚਾਰਦਿਆ ਤੇ ਸਿੰਘਾਂ ਦੀ ਨਿਗਾਹ ਉਹਦੇ ਤੇ ਨਹੀਂ ਸੀ ਗਈ ਵੀ ਉੱਥੇ ਆਜੜੀ ਫਿਰਦਾ, ਉਹ ਲੁਕ ਕੇ ਕਿਤੇ ਬੈਠਾ ਸੀ। ਉਹਨੇ ਕਿਤੇ ਸਾਰਾ ਕੁਝ ਕਰਦਿਆਂ ਵੇਖਿਆ। ਕੋਪ ਗਰਾਇਓ ਬੇਨਵਾ ਤਿਨ ਦੇਖਿਓ ਤਿਸ ਕਾਲ। ਜਦੋਂ ਅਜੀਤ ਸਿੰਘ ਦੇ ਨਾਲ ਦੇ ਸਾਥੀ ਸਿੰਘਾਂ ਨੇ ਉਸ ਬੇਨਵੇ ਫਕੀਰ ਦਾ ਕਤਲ ਕਰਕੇ ਖੂਹ 'ਚ ਸੁੱਟਿਆ ਸੀ, ਉਦੋਂ ਉਹਨੇ ਆਜੜੀ ਨੇ ਵੇਖ ਲਿਆ ਸੀ ਖੂਹ 'ਚ ਸੁੱਟਦਿਆਂ। ਉਹ ਉੱਥੇ ਕਿਤੇ ਬਾਹਰ ਫਿਰਦਾ ਸੀ। ਚੌਪਈ ਪਿਖਿਓ ਬੇਨਵਾ ਖੋਜਨ ਕਰੈ। ਉਹ ਬੇਨਵੇ ਫਕੀਰ ਦੇ ਜਿਹੜੇ ਚੇਲੇ ਉਹਨੂੰ ਲੱਭਦੇ ਫਿਰਦੇ ਸਨ। ਤਰਤ ਸ਼ੋਕ ਔਰ ਇਤਿਉਤ ਫਿਰੈ। ਉਹ ਬੜੇ ਸ਼ੋਕ ਦੇ ਨਾਲ ਇੱਧਰ ਉੱਧਰ ਟੁਰੇ ਫਿਰਦੇ ਹਨ। ਤੋਹੇ ਬਤਾਵੋ ਕਹਿਤ ਅਯਾਲੇ। ਉਹ ਆਜੜੀ ਉਹਨਾਂ ਨੂੰ ਟੱਕਰ ਗਿਆ, ਕਹਿੰਦਾ ਮੈਂ ਦੱਸਾਂ ਤੁਹਾਨੂੰ ਤੁਹਾਡਾ ਫਕੀਰ ਕਿੱਥੇ ਹੈ? ਕਹਿੰਦਾ ਜੇ ਮੈਂ ਦੱਸ ਦਿਆਂ ਵੀ ਤੁਹਾਡਾ ਫਕੀਰ ਕਿੱਥੇ ਹੈ। ਪ੍ਰਾਨ ਹਾਨ ਕਰ ਦਿਨ ਸੋ ਕਾਲੇ। ਉਹਨੂੰ ਤਾਂ ਕੱਲ ਅਜੀਤ ਸਿੰਘ ਦੇ ਸਾਥੀਆਂ ਨੇ, ਅਜੀਤ ਸਿੰਘ ਨੇ ਮਾਰ ਕੇ ਕੱਲ ਨੂੰ ਸੁੱਟ ਦਿੱਤਾ। ਸਿੰਘਣ ਤੇ ਮੈਂ ਡਰੋਂ ਵਡੇਰਾ। ਪਰ ਮੈਂ ਉਹਨਾਂ ਸਿੰਘਾਂ ਤੋਂ ਬਹੁਤ ਡਰਦਾ ਵੀ ਜੇ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੈਂ ਤੁਹਾਨੂੰ ਦੱਸਿਆ, ਕਿਤੇ ਮੇਰੀ ਹਾਲਤ ਵੀ ਬੇਨਵੇ ਵਾਲੀ ਨਾ ਹੋਵੇ। ਇਸ ਕਰਕੇ ਇੱਕ ਸ਼ਰਤ ਤੇ ਤੁਹਾਨੂੰ ਦੱਸ ਦਿੰਨਾ ਵੀ ਕਿੱਥੇ ਆਓ। ਕੱਲ ਉਹਨਾਂ ਨੇ ਮਾਰ ਦਿੱਤਾ ਤੁਹਾਡਾ ਫਕੀਰ ਬੇਨਵਾ, ਪਰ ਮੈਂ ਇੱਕ ਸ਼ਰਤ ਤੇ ਦੱਸਾਂਗਾ ਵੀ ਉਹਦੀ ਲਾਸ਼ ਕਿੱਥੇ ਹੈ। ਜੇ ਤੁਸੀਂ ਮੇਰਾ ਨਾਂ ਗੁਪਤ ਰੱਖੋਗੇ, ਮੇਰੇ ਬਾਰੇ ਨਾਂ ਦੱਸੋਗੇ, ਨਹੀਂ ਬਚਾਏ ਹੋਏ ਗੋ ਮੇਰਾ। ਜੇ ਉਹਨਾਂ ਨੂੰ ਪਤਾ ਲੱਗ ਗਿਆ ਤੇ ਫਿਰ ਮੇਰਾ ਬਚਾ ਨਹੀਂ ਹੋਣਾ, ਉਹਨਾਂ ਮੈਨੂੰ ਵੀ ਮਾਰ ਕੱਤਣਾ। ਜਾਂ ਤੇ ਮੈਂ ਕਹਿ ਕਰਤ ਬਤਾਵਨ। ਇਸ ਕਰਕੇ ਮੈਂ ਤੁਹਾਨੂੰ ਦੱਸਣ ਵਿੱਚ ਮੁਸ਼ਕਲ ਸਮਝ ਰਿਹਾ ਹਾਂ। ਸੰਧਿਆ ਪ੍ਰਾਤ ਅਚਾਨਕ ਘਾਵਨ। ਜੇ ਮੈਂ ਤੁਹਾਨੂੰ ਦੱਸ ਦਿੱਤਾ ਵੀ ਉਹਦੀ ਲਾਸ਼ ਕਿੱਥੇ ਹੈ ਤੇ ਸ਼ਾਮ ਸਵੇਰੇ ਸਮਝ ਲਓ ਵੀ ਮੇਰੀ ਲਾਸ਼ ਵੀ ਨਹੀਂ ਲੱਭਣੀ। ਸ਼ਾਮ ਸਵੇਰੇ ਫਿਰ ਮੈਨੂੰ ਵੀ ਉਹਨਾਂ ਨੇ ਮਾਰ ਮੁਕਾਉਣਾ। ਤੇਰ ਬੇਨਵੇ ਦਈ ਕਨੇਰੇ। ਉਹ ਜਿੰਨੇ ਚੇਲੇ ਸੀ ਬੇਨਵੇ ਫਕੀਰ ਦੇ, ਉਹ ਵੀ ਬੇਨਵੇ ਹੀ ਸੀ ਸਾਰੇ। ਉਹਨਾਂ ਨੇ ਧੀਰਜ ਦਿੱਤਾ ਜਿਹੜੀ ਨੂੰ, ਕਹਿੰਦੇ ਫਿਕਰ ਨਾ ਕਰ, ਹੌਸਲਾ ਕਰ, ਅਸੀਂ ਤੇਰੇ ਨਾਲ ਹਾਂ। ਹਮ ਸਬਰ ਹੈ ਸੰਗ ਹੀ ਤੇਰੇ। ਅਸੀਂ ਤੇਰੇ ਨਾਲ ਹੀ ਰਾਂਗੇ ਹਮੇਸ਼ਾ। ਮਾਰਨ ਦੇ ਨਹੀਂ ਕਿਸ ਭਾਂਤ। ਕਿਸੇ ਵੀ ਤਰੀਕੇ ਨਾਲ ਤੈਨੂੰ ਕਿਸੇ ਨੂੰ ਮਾਰਨ ਨਹੀਂ ਦੇਵਾਂਗੇ। ਅਸੀਂ ਤੇਰੇ ਨਾਲ ਰਵਾਂਗੇ, ਤੇਰੀ ਰੱਖਿਆ ਕਰਾਂਗੇ, ਸਹਾਇਤਾ ਕਰਾਂਗੇ। ਰੱਖਿਆ ਕਰ ਤੋ ਰਹੇ ਦਿਨ ਰਾਤ। ਰਾਤ ਦਿਨ ਤੇਰੀ ਰਾਖੀ ਕਰਾਂਗੇ। ਆਜੜੀ ਤੂੰ ਫਿਕਰ ਨਾ ਕਰ, ਬਸ ਦੱਸ ਦੇ ਵੀ ਸਾਡਾ ਬੇਨਵਾ ਕਿੱਥੇ ਹੈ। ਦਿਓ ਦਿਲਾਸਾ ਸਰਬ ਪ੍ਰਕਾਰ। ਏਦਾਂ ਇਹਨਾਂ ਚੇਲਿਆਂ ਨੇ ਸਾਰਿਆਂ ਨੇ ਇਹਨੂੰ ਦਿਲਾਸਾ ਦਿੱਤਾ, ਜਿਹੜੀ ਨੂੰ ਹੌਸਲਾ ਦੇ ਕੇ ਇਹਨੂੰ ਤਗੜਾ ਕੀਤਾ। ਸੋਲੇ ਗਮਨਿਓ ਵਿੱਚ ਉਜਾਰ। ਕਹਿੰਦਾ ਚਲੋ ਮੈਂ ਤੁਹਾਨੂੰ ਲੈ ਚੱਲਾਂ ਕਿੱਥੇ, ਜਿੱਥੇ ਉਜਾੜ ਵਿੱਚ ਉਹ ਖੂਹ ਵਿੱਚ ਸੁੱਟਿਆ ਸੀ ਫਕੀਰ, ਉਸੇ ਪਾਸੇ ਆ ਜਿਹੜੀ ਇਹਨਾਂ ਚੇਲਿਆਂ ਨੂੰ ਲੈ ਟੁਰਿਆ। ਜਿਸ ਥਲ ਮਾਰ ਕੋਪ ਮਹਿੰਡਾਰਾ। ਜਿਸ ਜਗ੍ਹਾ ਤੇ ਮਾਰ ਕੇ ਖੂਹ ਵਿੱਚ ਉਹਨੂੰ ਸੁੱਟਿਆ ਸੀ, ਪਰਿਓ ਮਰਿਓ ਤੇ ਸਭਨ ਨਿਹਾਰਿਆ। ਇਹਨੇ ਜਾ ਕੇ ਇਸ਼ਾਰਾ ਕਰਕੇ ਦੱਸਿਆ ਵੀ ਆਹ ਖੂਹ ਹੈ, ਇਹਦੇ ਚ ਸੁੱਟਿਆ। ਇਹਨਾਂ ਚੇਲਿਆਂ ਨੇ ਜਦੋਂ ਖੂਹ ਵਿੱਚ ਜਾ ਕੇ ਨਿਗਾਹ ਮਾਰੀ ਤੇ ਵੇਖਿਆ ਕਿ ਵਾਕਈ ਬੇਨਵੇ ਫਕੀਰ ਦੀ ਲੋਥ ਜਿਹੜੀ ਹੈ ਉਸ ਖੂਹ ਵਿੱਚ ਪਈ ਹੋਈ ਹੈ। ਮਿਲ ਕਰ ਬ੍ਰਿੰਦਨ ਤਬਹ ਨਿਕਾਰਾ। ਇਹਨਾਂ ਨੇ ਰਲ ਕੇ ਖੂਹ ਵਿੱਚੋਂ ਆਪਣੇ ਉਸ ਬੇਨਵੇ ਫਕੀਰ ਦੀ ਲਾਸ਼ ਨੂੰ ਬਾਹਰ ਕੱਢਿਆ। ਲਿਓ ਉਠਾਏ ਰੌਰ ਬਹੁ ਡਾਰਾ। ਚੁੱਕ ਕੇ ਫਿਰ ਕੀ ਅੱਗੇ ਰੋਲਾ ਤਾਂ ਇਹ ਪਹਿਲਾਂ ਹੀ ਬੜਾ ਪਾਉਂਦੇ ਹੁੰਦੇ ਆ।
ਇਹਨਾਂ ਚੀਖ ਝਾੜਾ ਪਾਉਣਾ ਸ਼ੁਰੂ ਕੀਤਾ, ਸਿਰ ਪਿੱਟਣਾ, ਛਾਤੀ ਪਿੱਟਣੀ, ਏਦਾਂ ਪਿੱਟ ਸਿਆਪਾ ਨਗਰ ਵਿੱਚ ਸ਼ੁਰੂ ਕਰ ਦਿੱਤਾ। ਤੇ ਫਕੀਰ ਦੀ ਲਾਸ਼ ਉਹ ਚੁੱਕੀ ਹੋਈ ਤੇ ਰੌਣਾ ਇਹਨਾਂ ਨੇ ਪਾਇਆ ਹੋਇਆ ਹੈ। ਪੁਰ ਮਹਿ ਨਰ ਮਿਲ ਗਏ ਸਮੁਦਾਏ। ਸਾਰੇ ਨਗਰ ਦੇ ਲੋਕ ਸੁਣ ਕੇ ਆਵਾਜ਼ ਇਕੱਠੇ ਹੋ ਗਏ। ਇੱਕਦਮ ਜਦੋਂ ਰੌਲਾ ਸੁਣਿਆ ਤੇ ਨਗਰ ਦੇ ਜਿੰਨੇ ਲੋਕ ਸਨ ਸਾਰੇ ਮੇਲਾ ਵੇਖਣ ਆ ਗਏ। ਦੇਖਤ ਬੋਲਤ ਸੰਗ ਸਿਧਾਏ। ਉਹ ਵੀ ਨਾਲ ਟੁਰ ਪਏ ਇਹਨਾਂ ਦੇ। ਇਹ ਅੱਗੇ ਅੱਗੇ ਬੋਲੀ ਜਾਂਦੇ ਨੇ, ਮਾਰ ਦਿੱਤਾ ਸਾਡਾ ਫਕੀਰ ਅਜੀਤ ਸਿੰਘ ਨੇ, ਕਾਤਲ ਹੈ ਅਜੀਤ ਸਿੰਘ। ਏਦਾਂ ਕਹਿ ਕੇ ਟੁਰ ਪਏ ਤੇ ਲੋਕ ਵੀ ਪਿੱਛੇ ਪਿੱਛੇ ਚੱਲ ਪਏ। ਪਾਇਓ ਜਾਏ ਦੁਰਗ ਕੇ ਪੌਰ। ਔਰ ਜਾ ਕੇ ਜਿਹੜਾ ਬਾਦਸ਼ਾਹ ਦਾ ਕਿਲਾ ਸੀ ਉਹਦੇ ਦਰਵਾਜ਼ੇ ਤੇ ਜਾ ਕੇ ਦੀ ਲਾਸ਼ ਪਾ ਦਿੱਤੀ ਇਨਸਾਫ ਵਾਸਤੇ, ਵੀ ਹੁਣ ਬਾਦਸ਼ਾਹ ਸਾਡਾ ਇਨਸਾਫ ਕਰੇ। ਬਾਦਸ਼ਾਹ ਉਹਨੇ ਦਿਨੀ ਬਾਦਸ਼ਾਹ ਫਰਖਸ਼ੀਅਰ ਸੀ, ਹਿੰਦੁਸਤਾਨ ਦਾ ਬਾਦਸ਼ਾਹ। ਉਹਦੇ ਦਰਵਾਜ਼ੇ ਤੇ ਜਾ ਕੇ ਬੇਨਵੇ ਫਕੀਰ ਦੀ ਜਿਹੜੀ ਲੋਥ ਸੀ ਉਹ ਪਾ ਦਿੱਤੀ ਇਹਨਾਂ ਨੇ। ਔਰ ਉੱਥੇ ਬਹਿ ਕੇ ਪਿੱਟ ਸਿਆਪਾ ਕਰਨ ਲੱਗੇ। ਮਿਲੇ ਹਜ਼ਾਰੋਂ ਮਾਚੋ ਰੌਰ। ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਹੋ ਗਏ। ਜਿਹੜੇ ਹੋਰ ਬੇਨਵੇ ਫਕੀਰ ਸੀ ਉਹ ਵੀ ਸਾਰੇ ਉੱਥੇ ਪਹੁੰਚ ਗਏ। ਜਿਤਕ ਬੇਨਵੇ ਪੁਰ ਮਹਿ ਤਬੈ। ਨਗਰ ਵਿੱਚ ਜਿੰਨੇ ਬੇਨਵੇ ਹੋਰ ਸੀ ਇਹਨਾਂ ਦੀ ਭਾਈਚਾਰੇ ਦੇ, ਉਹ ਇਹਨਾਂ ਦੇ ਨਾਲ ਸਹਿਯੋਗ ਕਰਨ ਵਾਸਤੇ ਪਹੁੰਚ ਗਏ। ਦੌੜ ਦੌੜ ਮਿਲ ਕੇ ਤਬ ਸਭੈ। ਦੌੜ ਦੌੜ ਕੇ ਆਏ, ਭੱਜ ਭੱਜ ਕੇ ਆਏ ਮਿਲਣ ਵਾਸਤੇ। ਪਾਤਸ਼ਾਹ ਟਿਗ ਕਰੇ ਪੁਕਾਰ। ਔਰ ਬਾਦਸ਼ਾਹ ਦੇ ਕੋਲ ਪੁਕਾਰ ਕੀਤੀ। ਬਾਦਸ਼ਾਹ ਨੂੰ ਪੁਕਾਰ ਕਰਕੇ ਰੋ ਕੇ ਪੁਕਾਰ ਕਰਦੇ ਨੇ। ਦਿਓ ਬੇਨਵਾ ਸਿੰਘਨ ਮਾਰ। ਕਹਿਣ ਲੱਗੇ ਬਾਦਸ਼ਾਹ ਸਿੰਘਾਂ ਨੇ ਸਾਡਾ ਬੇਨਵਾ ਮਾਰ ਦਿੱਤਾ। ਕੀ ਵਿਗਾੜਿਆ ਸੀ? ਅਸੀਂ ਬੇਨਵੇ ਤਾਂ ਸ਼ਾਂਤੀ ਨਾਲ ਰਹਿੰਦੇ ਆ। ਇਹ ਨਹੀਂ ਨਾ ਦੱਸਿਆ ਵੀ ਉਹਦੀ ਕਰਤੂਤ ਕਿੰਨੀ ਮਾੜੀ। ਜਦੋਂ ਬੋਲੀ ਗਿਆ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਜਰਿਆ ਅਜੀਤ ਸਿੰਘ ਨੇ। ਜਦੋਂ ਗਾਲਾਂ ਹੀ ਕੱਢੀ ਜਾਏ, ਪਿੱਛੇ ਟੁਰਦਾ, ਖਹਿੜਾ ਹੀ ਨਾ ਛੱਡੇ, ਤੋ ਅਖੀਰ ਨੂੰ ਕਿੰਨਾ ਕੁ ਬਰਦਾਸ਼ਤ ਕਰਦਾ। ਉਹ ਤਾਂ ਫਿਰ ਐਸਾ ਤਾਂ ਹੋਣਾ ਹੀ ਸੀ। ਉਹ ਕਰਤੂਤ ਨਹੀਂ ਦੱਸੀ। ਕਹਿੰਦੇ ਵੇਖੋ ਸਾਡਾ ਬੇਨਵਾ ਫਕੀਰ ਬੜਾ ਮਹਾਂਪੁਰਸ਼ ਸੀ, ਉਹਨਾਂ ਨੇ ਮਾਰ ਦਿੱਤਾ, ਸਿੰਘਾਂ ਨੇ ਉਹਦਾ ਕਤਲ ਕਰ ਦਿੱਤਾ। ਨਿਆਉ ਲਹਿੰਗੇ ਕਹਿ ਦਰ ਮਰੈ। ਜਾਂ ਅਸੀਂ ਇੱਥੇ ਇਨਸਾਫ ਲਵਾਂਗੇ ਤੇਰੇ ਕੋਲੋਂ, ਜਾਂ ਸਾਡਾ ਕਰ ਇਨਸਾਫ। ਜੇ ਨਾ ਇਨਸਾਫ ਕੀਤਾ ਤੇ ਜਿੱਥੇ ਸਾਡਾ ਇੱਕ ਬੇਨਵਾ ਮਰਿਆ, ਅਸੀਂ ਸਾਰੇ ਤੇਰੇ ਦਰਾਂ ਮੂਹਰੇ ਮਰਾਂਗੇ, ਆਪਣੀ ਪ੍ਰਾਣ ਲੀਲਾ ਸਮਾਪਤ ਕਰਾਂਗੇ, ਜੀਵਨ ਲੀਲਾ ਸਮਾਪਤ ਕਰਾਂਗੇ। ਤਬ ਲਉ ਖਾਨ ਪਾਨ ਨਹਿ ਕਰੈ। ਉਦੋਂ ਤੱਕ ਅਸੀਂ ਖਾਨ ਪਾਨ ਨਹੀਂ ਕਰਨਾ ਜਦੋਂ ਤੱਕ ਸਾਡਾ ਇਨਸਾਫ ਨਹੀਂ ਹੁੰਦਾ। ਖਰੇ ਪੌਰਿਆ ਗੈ ਅਰ ਰਾਵੈ। ਏਦਾਂ ਬਾਦਸ਼ਾਹ ਦੇ ਦਰਾਂ ਮੂਹਰੇ ਖਲੋਤੇ ਉੱਚੀ ਉੱਚੀ ਚੀਖ ਝਾੜਾ ਪਾ ਕੇ ਬਾਦਸ਼ਾਹ ਦੇ ਕੰਨਾਂ ਵਿੱਚ ਰੌਲਾ ਸੁਣਾਉਂਦੇ ਨੇ ਅੰਤਰ ਉੱਚੇ ਧੁਨੀ ਸੁਣਾਵੈ। ਕਿ ਬਾਦਸ਼ਾਹ ਕੋਲ ਅੰਦਰ ਸਾਡੀ ਆਵਾਜ਼ ਪਹੁੰਚੇ। ਉੱਚੀ ਉੱਚੀ ਚੀਖ ਝਾੜਾ ਪਾਉਂਦੇ ਆ, ਪਿੱਟਦੇ ਆ। ਸ਼ਾਹੂ ਅਜੋਗ ਬਾਤ ਪਹਿਚਾਨੀ। ਬਾਦਸ਼ਾਹ ਦੇ ਕੋਲ ਜਦੋਂ ਆਵਾਜ਼ਾਂ ਪਹੁੰਚੀਆਂ ਇਹਨਾਂ ਦੇ ਰੋਣ ਧੋਣ ਦੀਆਂ, ਉਹਨੇ ਵੇਖਿਆ ਵੀ ਇਹ ਤਾਂ ਅਯੋਗ ਕੰਮ ਹੈ। ਡਰੇ ਨਾ ਮੁਝ ਤੇ ਕੀਨ ਸਹਾਨੀ। ਇਹ ਇੰਨਾ ਅਯੋਗ ਕੰਮ ਕਿ ਦਿੱਲੀ ਵਿੱਚ ਜਿੱਥੇ ਮੇਰਾ ਰਾਜ, ਜਿੱਥੇ ਮੈਂ ਬਾਦਸ਼ਾਹ ਬਣ ਕੇ ਅਦਲ ਕਰਦਾ, ਮੇਰੇ ਤੋਂ ਇਹਨਾਂ ਨੇ ਡਰ ਨਹੀਂ ਰੱਖਿਆ। ਤੇ ਮੇਰੇ ਨਗਰ ਵਿੱਚ ਸਾਡਾ ਇੱਕ ਫਕੀਰ, ਬੇਨਵਾ ਫਕੀਰ, ਇਹਨਾਂ ਨੇ ਕਤਲ ਕਰ ਦਿੱਤਾ, ਮਾਰ ਦਿੱਤਾ। ਇਹਨਾਂ ਨੂੰ ਡਰ ਨਹੀਂ ਹੈ, ਮੇਰਾ ਭੈ ਨਹੀਂ ਹੈ। ਇਸ ਕੋ ਹੋਏ ਸਜਾਏ ਅਬ ਭਾਰੇ। ਇਹਦੀ ਹੁਣ ਸਜ਼ਾ ਭੁਗਤਣੀ ਪਏਗੀ ਅਜੀਤ ਸਿੰਘ ਤੇ ਉਹਦੇ ਸਾਥੀਆਂ ਨੂੰ। ਇਹਦਾ ਦੰਡ ਉਹਨਾਂ ਨੂੰ ਹੁਣ ਭੁਗਤਣਾ ਪਵੇਗਾ। ਛੁਟਿਓ ਸੁਖੈਨ ਜੋ ਖਤਾ ਅਗਾਰੇ। ਪਹਿਲਾਂ ਜਿਹੜੀ ਭੁੱਲ ਕੀਤੀ ਸੀ ਅਜੀਤ ਸਿੰਘ ਨੇ, ਉਹ ਸੌਖੇ ਢੰਗ ਨਾਲ ਛੁੱਟ ਗਿਆ, ਉਹ ਸੁਖੈਨ ਢੰਗ ਨਾਲ ਛੁੱਟ ਗਿਆ। ਪਰ ਹੁਣ ਨਹੀਂ ਮੈਂ ਇਹਨੂੰ ਛੱਡਣਾ। ਸੁਨਿ ਮਰਾਵਨ ਕੀਨ ਉਚਾਰਨ। ਜਦੋਂ ਬਾਦਸ਼ਾਹ ਨੇ ਗੱਲ ਕਹੀ, ਇਹਦੇ ਜਿਹੜੇ ਉਮਰਾਵ ਸਨ, ਜਿਹੋ ਜਿਹੇ ਆਪ ਸੀ ਉਦਾਂ ਦੇ ਅੱਗੇ ਉਮਰਾਵ ਸੀ ਫਰਖਸ਼ੀਅਰ ਦੇ, ਉਹ ਅੱਗੋਂ ਬੋਲੇ, ਕਹਿਣ ਲੱਗੇ ਫੁਰਤ ਸੈਲ ਹਿਤ ਬੀਚ ਬਾਜ਼ਾਰਨ। ਕਹਿਣ ਲੱਗੇ ਬਾਦਸ਼ਾਹ ਉਹ ਤਾਂ ਸੈਰ ਕਰਦਾ ਫਿਰਦਾ ਸਾਡੇ ਬਾਜ਼ਾਰਾਂ ਵਿੱਚ। 60 ਬੰਦੇ ਘੋੜ ਸਵਾਰ ਸਿਪਾਹੀ ਉਹਨੇ ਨਾਲ ਰੱਖੇ ਨੇ, ਉਹਨਾਂ ਨੂੰ ਨਾਲ ਲੈ ਕੇ ਦਿੱਲੀ ਦੇ ਬਾਜ਼ਾਰਾਂ ਵਿੱਚ ਸੈਲ ਕਰਦਾ ਹੈ।
ਉਹ ਤਾਂ ਏਦਾਂ ਸਮਝਦਾ ਵੀ ਜਿਵੇਂ ਉਹੀ ਦਿੱਲੀ ਦਾ ਬਾਦਸ਼ਾਹ ਹੋਵੇ। ਸੰਗ ਚੜ੍ਹੈ 60 ਕੋ ਸਵਾਰ 60 ਘੋੜ ਸਵਾਰ ਉਹਦੇ ਨਾਲ ਹਮੇਸ਼ਾ ਚੜ੍ਹਦੇ ਨੇ, ਰਹਿੰਦੇ ਨੇ। ਊਚ ਆਵਾਜ਼ ਨਕੀਬ ਉਚਾਰ ਹੋਰ ਅੱਗੇ ਅੱਗੇ ਉਹਦੇ ਨਕੀਬ ਚੱਲ ਕੇ ਉਹਦਾ ਜਸ ਕਰਦੇ ਨੇ, ਉਹਦੇ ਸੋਹਲੇ ਗਾਉਂਦੇ ਨੇ, ਭੱਟ ਉਹਦੀ ਸਿਫਤ ਕਰਦੇ ਨੇ। ਵੇਖੋ ਪੁਰੇ ਬਸ ਤਰਾਸ ਨ ਮਾਨਾ। ਵੇਖੋ ਤੁਹਾਡੀ ਨਗਰੀ 'ਚ ਵਸ ਕੇ ਵੀ ਉਹ ਤੁਹਾਡਾ ਡਰ ਨਹੀਂ ਮੰਨਦਾ, ਉਹ ਤੁਹਾਡਾ ਭੈ ਨਹੀਂ ਮੰਨਦਾ, ਇੱਥੇ ਆਪਣਾ ਜਸ ਕਰਾਉਂਦਾ। ਉਹ ਤਾਂ ਬਾਦਸ਼ਾਹਾਂ ਵਾਂਗੂ ਫਿਰਦਾ ਹੈ। ਦੂਰ ਹੋਏ ਚਾਹ ਧੁੰਦ ਉਠਾਨਾ। ਇੱਥੇ ਜੇ ਨੇੜੇ ਇਹਦੇ ਆਲਮ ਨੇ, ਜੇ ਕਿਤੇ ਦੂਰ ਚਲਾ ਗਿਆ ਇੱਥੋਂ ਦਿੱਲੀੋਂ, ਇਹ ਤਾਂ ਸਾਡੇ ਨਾਲ ਬਗਾਵਤ ਕਰੇਗਾ, ਇਹ ਤਾਂ ਸਾਡੇ ਨਾਲ ਜੰਗ ਬਚਾਵੇਗਾ। ਇੱਥੇ ਕੋਲ ਰਹਿ ਕੇ ਨਹੀਂ ਸਾਡੇ ਤੋਂ ਡਰਦਾ, ਤੇ ਦੂਰ ਗਿਆ ਕੀ ਕਰੇਗਾ। ਪਕਰ ਸਜਾਏ ਦੀਜੀਏ ਹੈ ਗਾਡੇ। ਬਾਦਸ਼ਾਹ ਹੁਣ ਤਾਂ ਚਾਹੀਦਾ ਇਹਨੂੰ ਫੜ ਕੇ ਚੰਗੀ ਪੱਕੀ ਸਜ਼ਾ ਦਿੱਤੀ ਜਾਏ। ਗਾਡੇ ਦਾ ਮਤਲਬ ਹੈ ਵੀ ਸਖਤ ਸਜ਼ਾ ਜਿਹੜੀ ਹੈ ਉਹ ਇਹਨੂੰ ਦਿੱਤੀ ਜਾਵੇ। ਤਿਸ ਤੇ ਔਰ ਗਰੂਰਤਾ ਬਾਡੇ। ਇਹਦੇ ਨਾਲ ਇਹਦਾ ਹੰਕਾਰ ਹੋਰ ਨਾ ਵਧੇਗਾ, ਇਹ ਹੋਰ ਸਿਰੇ ਨਾ ਚੜੇਗਾ ਜਿਹਨੂੰ ਸਜ਼ਾ ਦੇਵਾਂਗੇ। ਸੁਨਤ ਸ਼ਾਹੋ ਤਬ ਹੁਕਮ ਉਚਾਰਾ। ਸੁਣ ਕੇ ਬਾਦਸ਼ਾਹ ਨੇ ਉਸੇ ਵੇਲੇ ਹੁਕਮ ਕੀਤਾ, ਤੁਰਨ ਪਹੁੰਚਾ ਸਦਨ ਮਝਾਰਾ। ਜਾਓ ਛੇਤੀ ਉਹਦੇ ਘਰ ਜਾ ਕੇ ਪਹੁੰਚ ਕੇ ਮੇਰਾ ਹੁਕਮ ਉਹਨੂੰ ਸੁਣਾਓ। ਪਰਸੋ ਹੱਥ ਬੰਦ ਅਗਵਾਰ। ਔਰ ਉਹਨੂੰ ਕਹੋ ਕਿ ਮੇਰੇ ਅੱਗੇ ਹੱਥ ਜੋੜ ਕੇ ਹਾਜ਼ਰ ਹੋਵੇ। ਆਵਹਿ ਗਿਰੇ ਕੁਹਾਰੀ ਡਾਰ। ਗਲ ਵਿੱਚ ਕੁਹਾੜੀ ਪਾ ਕੇ ਤੇ ਗਲ 'ਚ ਪੱਲੂ ਪਾ ਕੇ ਹੱਥ ਬੰਨ ਕੇ ਮੇਰੇ ਕੋਲ ਆਵੇ। ਇਹ ਜਿਹੜਾ ਗਲ 'ਚ ਕੁਹਾੜੀ ਪਾ ਕੇ ਆਉਣ ਦਾ ਮਤਲਬ ਸੀ ਨਾ ਉਹਨਾਂ ਵੇਲਿਆਂ 'ਚ, ਇਹਦਾ ਮਤਲਬ ਹੁੰਦਾ ਸੀ ਵੀ ਅਸੀਂ ਗਲ 'ਚ ਕੁਹਾੜੀ ਪਾ ਕੇ ਆ ਗਏ ਆ, ਵੀ ਜਾਂ ਇਹਦੇ ਨਾਲ ਮਾਰ ਦਿਓ ਸਾਨੂੰ ਜਾਂ ਰੱਖ ਲਓ। ਬਾਦਸ਼ਾਹ ਨੇ ਹੁਕਮ ਭੇਜਿਆ ਕਿ ਅਜੀਤ ਸਿੰਘ ਨੂੰ ਕਹੋ ਕਿ ਗਲ 'ਚ ਕੁਹਾੜੀ ਪਾ ਕੇ ਤੇ ਹੱਥ ਬੰਨ ਕੇ ਉਹ ਮੇਰੇ ਕੋਲ ਹਾਜ਼ਰ ਹੋਵੇ, ਮੇਰੇ ਕੋਲ ਪੇਸ਼ ਹੋਵੇ। ਉਚਿਤ ਸਜਾਏ ਹੋਏ ਹੈ ਤਾਹੀ। ਉਹਨੂੰ ਉਚਿਤ ਤੇ ਯੋਗ ਸਜ਼ਾ ਜਿਹੜੀ ਆ ਉਹ ਦਿੱਤੀ ਜਾਵੇਗੀ। ਆਨ ਜਾਏ ਦੇਰ ਹੋਏ ਨਾਹੀ। ਕਹਿੰਦਾ ਛੇਤੀ ਜਾਓ, ਦੇਰੀ ਨਾ ਹੋਵੇ। ਜਿੰਨਾ ਛੇਤੀ ਹੋ ਸਕੇ ਉਹਨੂੰ ਮੇਰੇ ਕੋਲ ਲਿਆ ਕੇ ਪੇਸ਼ ਕਰੋ, ਹਾਜ਼ਰ ਕਰੋ। ਸੁਨ ਕੇ ਨਰ ਦੌੜੇ ਤਬ ਦੋਏ। ਇਹ ਸੁਣਦਿਆਂ ਸਾਰ ਬਾਦਸ਼ਾਹ ਦੇ ਦੋ ਐਲਕਾਰ, ਇਹਦੇ ਦੋ ਹਲਕਾਰੇ ਬੜੀ ਛੇਤੀ ਨਾਲ ਦੌੜ ਕੇ ਗਏ। ਬੈਠਿਓ ਜਾਏ ਪਹੁੰਚੈ ਸੋਏ। ਜਿੱਥੇ ਅਜੀਤ ਸਿੰਘ ਘਰ ਵਿੱਚ ਬੈਠਾ ਸੀ ਉੱਥੇ ਇਹ ਦੂਤ ਪਹੁੰਚੇ। ਹੁਕਮ ਸ਼ਾਹੂ ਕੋ ਕਹਿਓ ਕਠੋਰ। ਔਰ ਇਹਦਾ ਕਠੋਰ ਹੁਕਮ ਜਾ ਕੇ ਬਾਦਸ਼ਾਹ ਦਾ ਉਹ ਅਜੀਤ ਸਿੰਘ ਨੂੰ ਜਾ ਕੇ ਸੁਣਾਇਆ। ਨਿਕਸੋ ਚਲੋ ਦੁਰਗ ਕੀ ਔਰ। ਕਹਿਣ ਲੱਗੇ ਅਜੀਤ ਸਿੰਘ ਛੇਤੀ ਸਾਡੇ ਨਾਲ ਟੁਰ, ਆਪਣੇ ਹੱਥ ਬੰਨ ਲੈ, ਗਲ 'ਚ ਕੁਹਾੜੀ ਪਾ ਲੈ, ਔਰ ਬਾਦਸ਼ਾਹ ਦੇ ਘਰ ਵਾਲੇ ਪਾਸੇ ਉਹਦੀ ਕਚਹਿਰੀ ਵੱਲ ਟੁਰ ਪੈ। ਹਤਿਓ ਬੇਨਵਾ ਸ਼ਾਹੂ ਰਸਾਇਓ। ਕਿਉਂਕਿ ਤੁਸੀਂ ਬੜਾ ਵੱਡਾ ਗੁਨਾਹ ਕੀਤਾ, ਤੁਸੀਂ ਇੱਕ ਬੇਨਵੇ ਫਕੀਰ ਦਾ ਕਤਲ ਕੀਤਾ, ਉਹਨੂੰ ਮਾਰਿਆ। ਇਸ ਕਰਕੇ ਬਾਦਸ਼ਾਹ ਬਹੁਤ ਨਾਰਾਜ਼ ਹੈ, ਬਾਦਸ਼ਾਹ ਬਹੁਤ ਜ਼ਿਆਦਾ ਗੁੱਸੇ ਵਿੱਚ ਹੈ। ਗੁਨਹਗਾਰ ਤੋਂ ਨਿਕਟ ਬੁਲਾਇਓ। ਉਹ ਗੁਨਾਹਗਾਰ ਹੈ, ਤੈਨੂੰ ਉਹਨੇ ਆਪਣੇ ਕੋਲ ਬੁਲਾਇਆ, ਆਪਣੇ ਕੋਲ ਹਾਜ਼ਰ ਹੋਣ ਲਈ ਕਿਹਾ। ਸੁਨ ਕੇ ਤਰਾਸ ਮਾਨ ਕਰ ਥਰਿਓ। ਸੁਣ ਕੇ ਅਜੀਤ ਸਿੰਘ ਬੜਾ ਡਰ ਗਿਆ, ਸਹਿਮ ਗਿਆ ਵੀ ਨਾ ਤਾਂ ਹੀ ਕਿਵੇਂ ਖਬਰ ਪਹੁੰਚ ਗਈ। ਉਹ ਉੱਥੇ ਹੀ ਥਿਰ ਰਿਹਾ ਤੇ ਮਨ 'ਚ ਬਹੁਤ ਡਰਿਆ, ਭੈ ਭੀਤ ਹੋਇਆ। ਨਹੀਂ ਨਿਕਸ ਕਾ ਜਾਵਨ ਕਰਿਓ। ਇਹ ਨਹੀਂ ਨਿਕਲ ਕੇ ਬਾਹਰ ਨੂੰ ਗਿਆ। ਮੈਂ ਨਹੀਂ ਚਲੋ ਨਾ ਬੇਨਵ ਮਾਰਾ। ਇਹਨੇ ਜਵਾਬ ਦਿੱਤਾ, ਕਹਿੰਦਾ ਮੈਂ ਨਹੀਂ ਜਾਂਦਾ ਬਾਦਸ਼ਾਹ ਕੋਲ, ਮੈਂ ਨਹੀਂ ਬੇਨਵਾ ਫਕੀਰ ਮਾਰਿਆ, ਮੈਂ ਨਹੀਂ ਜਾਣਾ, ਮੈਂ ਬੇਨਵਾ ਫਕੀਰ ਨਹੀਂ ਮਾਰਿਆ। ਤੋ ਮਤ ਦੇਤ ਤੂਫਾਨ ਉਠਾਰਾ। ਇਹ ਤਾਂ ਤੁਸੀਂ ਮੇਰੇ ਤੇ ਤੋਮਤ ਲਾ ਰਹੇ ਹੋ, ਇਹ ਤੂਫਾਨ ਹੈ, ਤੋਮਤ ਜੋ ਤੁਸੀਂ ਮੇਰੇ ਤੇ ਲਾ ਰਹੇ ਹੋ। ਮੈਂ ਉਹਨੂੰ ਨਹੀਂ ਮਾਰਿਆ, ਮੈਂ ਉਹਦਾ ਕਤਲ ਨਹੀਂ ਕੀਤਾ। ਜਾਏ ਦੁਰਗ ਮੈਂ ਤਨਹਿ ਬਿਤਾਇਓ। ਇਹ ਜਿਹੜੇ ਹਲਕਾਰੇ ਆਏ ਸਨ, ਅਜੀਤ ਸਿੰਘ ਦਾ ਜਵਾਬ ਸੁਣ ਕੇ ਵਾਪਸ ਕਿਲੇ 'ਚ ਗਏ। ਬਾਦਸ਼ਾਹ ਕੋਲ ਜਾ ਕੇ ਦੱਸਿਆ। ਰਹੇ ਹਕਾਰ ਸੰਗ ਨਹਿ ਆਇਓ। ਕਹਿਣ ਲੱਗੇ ਬਾਦਸ਼ਾਹ ਅਸੀਂ ਬੁਲਾ ਕੇ ਆਏ ਹਾਂ,
ਅਸੀਂ ਬਾਰ-ਬਾਰ ਕਿਹਾ ਤੁਹਾਡਾ ਹੁਕਮ ਸੁਣਾਇਆ, ਪਰ ਅਜੀਤ ਸਿੰਘ ਸਾਡੇ ਨਾਲ ਚੱਲ ਕੇ ਨਹੀਂ ਆਇਆ। ਬਹੁਰ ਸ਼ਾਹੂਕਾਰ ਹੁਕਮ ਪਠਾਇਓ। ਬਾਦਸ਼ਾਹ ਨੇ ਦੁਬਾਰਾ ਫਿਰ ਹੁਕਮ ਕਰਕੇ ਭੇਜਿਆ। ਇਹ ਆਓ ਤੋ ਨਿਆਉ ਕਰਾਏ। ਉਹ ਕਹਿੰਦਾ ਵੀ ਜਾ ਕੇ ਕਹੋ ਵੀ ਜੇ ਤੂੰ ਨਹੀਂ ਮਾਰਿਆ ਤੇ ਪੇਸ਼ ਹੋ ਕੇ ਸਾਡੇ ਕੋਲ ਆਪਣੀ ਸਫਾਈ ਦੇਵੇ, ਮੈਂ ਉਹਦਾ ਇਨਸਾਫ ਕਰਾਂਗਾ। ਨਿਸਚੈ ਸਾਚ ਝੂਠ ਸਭ ਹੋਏ। ਇੱਥੇ ਆ ਕੇ ਗੱਲ ਕਰੇ ਮੇਰੇ ਕੋਲ, ਆਪੇ ਨਿਸ਼ਚੈ ਹੋ ਜਾਏਗਾ, ਨਿਰਣੇ ਹੋ ਜਾਏਗਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ, ਕੌਣ ਸੱਚਾ ਤੇ ਕੌਣ ਝੂਠਾ। ਇੱਥੇ ਆ ਕੇ ਜਵਾਬ ਦੇਵੇ ਤਦੇ ਹੀ ਪਤਾ ਲੱਗੇਗਾ। ਬੂਝੈ ਭਲੇ ਉਗਾਹ ਜੇ ਕੋਏ। ਜੇ ਕੋਈ ਗਵਾਹ ਹੋਵੇਗਾ ਗਵਾਹੀ ਭਰਨ ਵਾਲਾ ਤੇ ਉਹਨੂੰ ਸੱਦ ਕੇ ਪੁੱਛਾਂਗੇ, ਗਵਾਹੀ ਲਵਾਂਗੇ। ਸੁਣ ਕੇ ਗਏ ਜਾਏ ਸਮਝਾਇਓ। ਇਹ ਹਲਕਾਰੇ ਮੁੜ ਕੇ ਫਿਰ ਅਜੀਤ ਸਿੰਘ ਕੋਲ ਆਏ, ਨੂੰ ਆ ਕੇ ਸਮਝਾਇਆ ਕਿ ਬਾਦਸ਼ਾਹ ਕਹਿੰਦਾ ਵੀ ਮੇਰੇ ਕੋਲ ਆ ਕੇ ਆਪਣਾ ਪੱਖ ਰੱਖੇ ਤੇ ਮੈਂ ਸੁਣ ਕੇ ਇਨਸਾਫ ਕਰਾਂਗਾ ਵੀ ਸੱਚ ਕੀ ਹੈ ਤੇ ਝੂਠ ਕੀ ਹੈ। ਹਠ ਨਾ ਕਰੋ ਤੁਧ ਨਿਕਟ ਬੁਲਾਇਓ। ਹੱਠ ਨਾ ਕਰ ਅਜੀਤ ਸਿੰਘ, ਬਾਦਸ਼ਾਹ ਤੈਨੂੰ ਆਪਣੇ ਕੋਲ ਬੁਲਾ ਰਿਹਾ ਔਰ ਤੈਨੂੰ ਜ਼ਰੂਰ ਚੱਲ ਕੇ ਜਾਣਾ ਚਾਹੀਦਾ ਹੈ। ਸ਼ਾਹੂ ਕਹੇ ਕਮ ਬੈਠਨ ਤੇਰੋ। ਸ਼ਾਹੂ ਕਹੇ ਸਭ ਨਿਰਣੈ ਕਰਕੇ। ਬਾਦਸ਼ਾਹ ਤੇਰਾ ਸਭ ਨਿਰਣਾ ਕਰੇਗਾ। ਏਦਾਂ ਘਰ ਬੈਠਿਆਂ ਥੋੜੀ ਤੇਰਾ ਇਨਸਾਫ ਹੋਣਾ। ਜੇ ਉਹ ਬੇਰਵੇ ਪੁਕਾਰ ਕਰਨ ਗਏ ਨੇ ਉੱਥੇ ਤੇਰੇ ਖਿਲਾਫ, ਤਾਂ ਤੈਨੂੰ ਵੀ ਜਾ ਕੇ ਆਪਣਾ ਸਪਸ਼ਟੀਕਰਨ ਦੇਣਾ ਚਾਹੀਦਾ, ਤਦੇ ਇਨਸਾਫ ਹੋ ਸਕੇਗਾ। ਸਾਚੋ ਲਹੇ ਵਡਾਏ ਫਿਰ ਕੈ। ਔਰ ਜਿਹੜਾ ਸੱਚਾ ਉਹ ਫਿਰ ਕੇ ਵਡਿਆਈ ਲਵੇਗਾ। ਜੇ ਤੂੰ ਸੱਚਾ ਤੈਨੂੰ ਮਿਲੇਗੀ ਵਡਿਆਈ, ਜੇ ਉਹ ਬੇਨਵੇ ਫਕੀਰ ਸੱਚੇ ਨੇ ਤਾਂ ਉਹਨਾਂ ਨੂੰ ਵਡਿਆਈ ਮਿਲੇਗੀ। ਘਰ ਮੈਂ ਕਿਮ ਬੈਠਨ ਹੋਏ ਤੇਰੋ। ਇੱਥੇ ਘਰ ਵਿੱਚ ਤੇਰਾ ਕਿਵੇਂ ਬਹਿਣਾ ਹੋ ਸਕਦਾ? ਇੱਥੇ ਤੂੰ ਕਿਵੇਂ ਬਹਿ ਸਕਦਾ? ਕਿੰਨਾ ਚਿਰ ਬਹਿ ਸਕਦਾ? ਦੁਰਗ ਪਾਰ ਪਰ ਰੌਰ ਬਡੇਰੋ। ਕਿਉਂਕਿ ਉੱਥੇ ਬਾਦਸ਼ਾਹ ਦੇ ਕਿਲੇ 'ਚ ਰੌਲਾ ਪਿਆ ਦਰਵਾਜ਼ੇ ਤੇ, ਉੱਥੇ ਬੇਨਵੇ ਫਕੀਰਾਂ ਨੇ ਚੀਖ ਝਾੜਾ ਪਾਇਆ ਹੋਇਆ, ਪਿੱਟ ਸਿਆਪਾ ਕਰ ਰਹੇ ਨੇ। ਤੇਰਾ ਇੱਥੇ ਘਰ ਬੈਠਣਾ ਕਿਵੇਂ ਹੋ ਸਕਦਾ? ਉਹ ਰੌਲਾ ਉੱਥੇ ਤਾਂ ਸ਼ਾਂਤ ਹੋਣਾ ਜੇ ਤੂੰ ਉੱਥੇ ਚੱਲ ਕੇ ਜਾਵੇਂਗਾ। ਭਲੋ ਚਾਹੇ ਜੇ ਆਪਣੋ ਕੈਸੇ। ਜੇ ਤੂੰ ਆਪਣਾ ਭਲਾ ਚਾਹੁੰਦਾ, ਤੂੰ ਚਾਹੁੰਦਾ ਤੇਰਾ ਭਲਾ ਹੋਵੇ, ਮਾਨੋ ਕਹਿਓ ਕਹਤ ਹਮ ਜੈਸੇ। ਤੇ ਸਾਡਾ ਕਹਿਆ ਮੰਨ, ਜਿਵੇਂ ਅਸੀਂ ਕਹਿ ਰਹੇ ਹਾਂ, ਸਾਡੇ ਕਹਿਣੇ ਨੂੰ ਮੰਨ ਲੈ ਤੇ ਸਾਡੇ ਨਾਲ ਚੱਲ ਪੈ। ਨਾਹਿਤ ਸੈਨ ਆਨ ਕਰ ਗਹਿ। ਨਹੀਂ ਤਾਂ ਫਿਰ ਬਾਦਸ਼ਾਹ ਦੀਆਂ ਫੌਜਾਂ ਆਉਣਗੀਆਂ, ਉਹ ਆਪੇ ਫੜ ਕੇ ਲੈ ਕੇ ਜਾਣਗੇ। ਇਸ ਕੇ ਓਟ ਲੈ ਥਿਰ ਰਹਿ। ਫਿਰ ਜਦੋਂ ਫੌਜਾਂ ਆ ਗਈਆਂ, ਫਿਰ ਕਿਹਦੀ ਓਟ ਲੈ ਕੇ ਬੈਠੇਗਾ ਇੱਥੇ? ਫਿਰ ਕਿਹਦਾ ਆਸਰਾ ਲੈ ਕੇ ਬੈਠੇਗਾ? ਸੁਨ ਅਜੀਤ ਸਿੰਘ ਨਾਹਿ ਨ ਮਾਨਾ। ਸੁਣ ਕੇ ਅਜੀਤ ਸਿੰਘ ਨੇ ਫਿਰ ਅੱਗੋਂ ਸਿਰ ਫੇਰ ਦਿੱਤਾ, ਕਹਿੰਦਾ ਮੈਂ ਨਹੀਂ ਜਾਂਦਾ। ਉਸ ਬਾਦਸ਼ਾਹ ਕੋਲ ਕਿਵੇਂ ਚਲਿਆ ਜਾਵਾਂ ਜਿਹੜਾ ਬਾਬੇ ਬੰਦੇ ਬਹਾਦਰ ਦਾ ਕਾਤਲ ਹੈ? ਉਹਦੇ ਕੋਲ ਕਿਵੇਂ ਚਲਾ ਜਾਵਾਂ ਜਿਹਨੇ ਨਿਹੱਕੇ ਤੇ ਨਿਰਦੋਸ਼ੇ ਸਿੰਘ 740 ਸਿੰਘ ਪਕੜ ਕੇ ਸ਼ਹੀਦ ਕੀਤੇ ਨੇ? ਮੈਂ ਉਹਦੇ ਕੋਲ ਕਿਵੇਂ ਟੁਰ ਜਾਵਾਂ? ਕੀ ਆਸ ਲੈ ਕੇ ਜਾਵਾਂ ਵੀ ਉਹ ਇਨਸਾਫ ਕਰੇਗਾ? ਗਮਨ ਨਹੀਂ ਜਵਾਬ ਬਖਾਨਾ। ਇਹਨੇ ਸਾਫ਼ ਜਵਾਬ ਦੇ ਦਿੱਤਾ, ਕਹਿੰਦਾ ਮੈਂ ਨਹੀਂ ਜਾਣਾ। ਤੁਸੀਂ ਜੋ ਮਰਜ਼ੀ ਕਹੋ, ਮੈਂ ਤੁਹਾਡਾ ਕਹਿਣਾ ਮੰਨ ਕੇ ਨਹੀਂ ਜਾਣਾ। ਰਿਸੇ ਦੂਤ ਜੇ ਗਏ ਹਕਾਰਨ। ਇਹ ਦੂਤ ਵੀ ਹੁਣ ਗੁੱਸੇ ਵਿੱਚ ਆ ਗਏ ਜਿਹੜੇ ਬੁਲਾਣ ਆਏ ਸਨ। ਹਟੇ ਸ਼ਾਹੂ ਟਿਕ ਕੀਨ ਉਚਾਰਨ। ਬਾਦਸ਼ਾਹ ਕੋਲ ਵਾਪਸ ਪਰਤ ਕੇ ਗਏ। ਬਾਦਸ਼ਾਹ ਨੂੰ ਜਾ ਕੇ ਸਾਰੀ ਗੱਲ ਇਹਨਾਂ ਨੇ ਵਧਾ ਚੜਾ ਕੇ ਕਹੀ। ਭਇਓ ਮਵਾਸੀ ਆਏ ਨਾ ਸੋ। ਕਹਿਣ ਲੱਗੇ ਬਾਦਸ਼ਾਹ ਉਹ ਤਾਂ ਬਾਗੀ ਹੋ ਗਿਆ, ਉਹ ਨਹੀਂ ਆਉਂਦਾ। ਉਹ ਕਹਿੰਦਾ ਮੈਂ ਨਹੀਂ ਆਉਂਦਾ, ਜੋ ਮਰਜ਼ੀ ਕਰ ਲਓ। ਉਹ ਤਾਂ ਹੁਣ ਬਾਗੀ ਹੋ ਕੇ ਆਕੀ ਹੋ ਕੇ ਬਹਿ ਗਿਆ। ਮਿਲ ਸਮਝਾਓ ਰਹਿ ਸਭ ਕੋ। ਅਸੀਂ ਸਾਰੇ ਮਿਲ ਕੇ ਉਹਨੂੰ ਸਮਝਾਉਂਦੇ ਰਹੇ ਆ, ਪਰ ਉਹਨੇ ਸਾਡੀ ਇੱਕ ਵੀ ਗੱਲ ਨਹੀਂ ਮੰਨੀ, ਨਾ ਸਮਝੀ। ਮਾਤ ਨਿਕਟ ਨਰ ਭੇਜਿਓ ਭਲਾ। ਉਸ ਵੇਲੇ ਬਾਦਸ਼ਾਹ ਨੂੰ ਪਤਾ ਲੱਗਾ ਵੀ ਇੱਥੇ ਮਾਤਾ ਸੁੰਦਰੀ ਜੀ ਰਹਿੰਦੇ ਆ, ਤੇ ਮਾਤਾ ਸੁੰਦਰੀ ਜੀ ਦੇ ਪਾਸ ਉਹਨਾਂ ਦਾ ਪਾਲਕ ਪੁੱਤਰ ਹੈ। ਇਹਨੇ ਇੱਕ ਆਪਣਾ ਬੰਦਾ ਮਾਤਾ ਸੁੰਦਰੀ ਜੀ ਕੋਲ ਭੇਜਿਆ ਵਿੱਚ ਪਾਉਣ ਲਈ। ਸ੍ਰੀ ਗੁਰੂ ਤੇਗ ਬਹਾਦਰ ਬਦਲਾ। ਕਹਿਣ ਇਹਨੇ ਸੁਨੇਹਾ ਕੀ ਭੇਜਿਆ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਦਾ ਜਿਹੜਾ ਬਦਲਾ ਹੈ,
ਖੂਨ ਪੁੱਤਰ ਤੁਮਰੇ ਕਰ ਦਇਓ। ਉਹ ਤੇਰੇ ਪੁੱਤਰ ਨੇ ਖੂਨ ਕਰ ਦਿੱਤਾ ਹੈ, ਸਾਡਾ ਇੱਕ ਬੇਨਵਾ ਫਕੀਰ ਮਾਰ ਦਿੱਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦੇ ਬਦਲੇ 'ਚ। ਇੱਕ ਬੰਦਾ ਉਹਨਾਂ ਨੇ ਸਾਡਾ, ਅਸੀਂ ਤੁਹਾਡਾ ਫਕੀਰ ਗੁਰੂ ਮਾਰਿਆ ਸੀ ਤੇ ਤੁਹਾਡੇ ਪਾਲਕ ਪੁੱਤਰ ਨੇ ਸਾਡਾ ਫਕੀਰ ਜਿਹੜਾ ਸੀ ਉਹ ਮਾਰ ਦਿੱਤਾ ਹੈ। ਸੋ ਬਖਸ਼ੋ ਕਹੋ ਹਮ ਲੈ ਲਿਓ। ਤੇ ਮਾਤਾ ਜੀ ਬਸ ਤੁਸੀਂ ਇੰਨਾ ਕਹਿ ਦਿਓ ਵੀ ਤੁਹਾਡਾ ਬਦਲਾ ਪੂਰਾ ਹੋ ਗਿਆ, ਵੀ ਅਸੀਂ, ਸਾਡੇ ਜਿਹੜੇ ਬਜ਼ੁਰਗ ਸੀ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਸੀ, ਹੁਣ ਤੁਹਾਡੇ ਪਾਲਕ ਪੁੱਤਰ ਨੇ ਸਾਡਾ ਇੱਕ ਫਕੀਰ ਮਾਰਿਆ, ਕਤਲ ਕਰ ਦਿੱਤਾ। ਹੁਣ ਮਾਤਾ ਜੀ ਤੁਸੀਂ ਇਹ ਕਹਿ ਦਿਓ ਵੀ ਅਸੀਂ ਬਦਲਾ ਲੈ ਲਿਆ, ਵੀ ਸਾਡਾ ਬਦਲਾ ਪੂਰਾ ਹੋ ਗਿਆ, ਤੇ ਮੈਂ ਤੁਹਾਡੇ ਪੁੱਤਰ ਅਜੀਤ ਸਿੰਘ ਨੂੰ ਛੱਡ ਦਿੰਦਾ, ਹਿਸਾਬ ਕਿਤਾਬ ਬਰਾਬਰ ਹੋ ਜਾਏਗਾ, ਵੀ ਤੁਸੀਂ ਬਦਲਾ ਲੈ ਲਿਆ, ਇੰਨਾ ਕਹਿ ਦਿਓ। ਕਹਿਓ ਮਾਤ ਮੈਂ ਲਿਖਿਓ ਬਿਦਾਵਾ। ਮਾਤਾ ਜੀ ਨੇ ਅੱਗੋਂ ਜਵਾਬ ਭੇਜਿਆ ਕਿ ਮੈਂ ਤਾਂ ਇਹਦੇ ਪ੍ਰਤੀ ਬੇਦਖਲੀ ਦਾ ਨੋਟਿਸ ਦੇ ਦਿੱਤਾ ਹੈ, ਯਾਨੀ ਕਿ ਇਹਦੇ ਪ੍ਰਤੀ ਬਿਦਾਵਾ ਜਿਹੜਾ ਉਹ ਲਿਖ ਦਿੱਤਾ ਵੀ ਇਹ ਮੇਰਾ ਪੁੱਤ ਨਹੀਂ। ਪਾਰ ਕੋ ਤੋ ਤਜਿਓ ਨਹਿ ਭਾਵਾ। ਇਹ ਮੇਰਾ ਪਾਲਕ ਪੁੱਤਰ ਸੀ, ਮੈਂ ਇਹਨੂੰ ਛੱਡ ਦਿੱਤਾ, ਤਿਆਗ ਦਿੱਤਾ, ਇਹ ਮੈਨੂੰ ਨਹੀਂ ਭਾਉਂਦਾ, ਮੈਂ ਇਹਨੂੰ ਆਪਣੇ ਮੱਥੇ ਨਹੀਂ ਲਾਉਣਾ, ਏਦਾਂ ਮੈਂ ਲਿਖ ਦਿੱਤਾ। ਸੋ ਬਦਲਾ ਲੇਵਾਂਗੇ ਔਰ। ਤੇ ਬਾਦਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਬਦਲਾ ਲੈਣ ਵਾਲੇ ਹੋਰ ਨੇ, ਉਹ ਆਪੇ ਲੈ ਲੈਣਗੇ ਸਮਾਂ ਆਉਣ ਤੇ, ਉਹ ਹੋਰ ਨੇ। ਇਹ ਨਾ ਸਮਝ ਵੀ ਇੱਥੇ ਹੁਣ ਬਦਲਾ ਮਾਫ ਹੋ ਗਿਆ। ਮਾਤਾ ਜੀ ਕਹਿੰਦੇ ਲਿਖ ਕੇ ਭੇਜਿਆ ਬਾਦਸ਼ਾਹ ਨੂੰ, ਉਹ ਬਦਲਾ ਲੈਣ ਵਾਲੇ ਹੋਰ ਨੇ, ਉਹ ਆਪੇ ਸਮਾਂ ਆਉਣ ਤੇ ਬਦਲਾ ਲੈ ਲੈਣਗੇ, ਜਿਹੜੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਦੀ ਸ਼ਹੀਦੀ ਦਾ ਬਦਲਾ ਲੈਣ ਵਾਲੇ ਨੇ। ਇੱਕ ਕਵੀਸ਼ਰ ਲਿਖਦਾ ਹੈ, ਤੇਗ ਬਹਾਦਰ ਜੀ ਦਾ ਸਾਕਾ ਯਾਦ ਕਰਕੇ ਲੈ ਆਵਾਂਗੇ ਇੱਕ ਤੂਫਾਨ ਦਾਤਾ। ਜਦੋਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ ਨਾ, ਤੋ ਸਿੰਘਾਂ ਨੇ ਬਾਜਾਂ ਵਾਲੇ ਸਵਾਮੀ ਦੇ ਸਨਮੁਖ ਹੱਥ ਜੋੜ ਕੇ ਬੇਨਤੀ ਕਰਦਿਆਂ ਇਹੀ ਲਫ਼ਜ਼ ਕਹੇ ਸਨ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਸਾਕਾ ਯਾਦ ਕਰਕੇ ਜੰਗ ਦੇ ਮੈਦਾਨ 'ਚ ਇੱਕ ਐਸਾ ਤੂਫਾਨ ਲਿਆਵਾਂਗੇ ਕਿ ਇਹਨਾਂ ਮਲੇਛਾਂ ਦੇ ਰਾਜ ਭਾਗ ਦੀਆਂ ਜੜ੍ਹਾਂ ਪੁੱਟ ਦਿਆਂਗੇ। ਮਾਤਾ ਜੀ ਨੇ ਜਵਾਬ ਭੇਜਿਆ ਬਾਦਸ਼ਾਹ ਨੂੰ ਕਿ ਬਾਦਸ਼ਾਹ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਬਦਲਾ ਉਹ ਹੋਰ ਨੇ ਜਿਹੜੇ ਲੈਣਗੇ। ਜਹਾਂ ਹੋਏ ਲਬੇਗੀ ਠੌਰ। ਜਿੱਥੇ ਬਦਲਾ ਲੈਣ ਦੀ ਜਗ੍ਹਾ ਹੋਵੇਗੀ, ਜਿੱਥੇ ਬਦਲਾ ਲੈਣ ਦਾ ਸਥਾਨ ਹੋਵੇਗਾ, ਜਗ੍ਹਾ ਹੋਵੇਗੀ, ਖਤਾ ਅਜੀਤ ਸਿੰਘ ਨੇ ਠਾਨੇ, ਉਸ ਜਗ੍ਹਾ ਤੇ ਉਹ ਆਪੇ ਬਦਲਾ ਲੈ ਲੈਣਗੇ। ਇਹ ਗੁਨਾਹ ਅਜੀਤ ਸਿੰਘ ਨੇ ਕੀਤਾ ਹੈ, ਇਹ ਖਤਾ ਅਜੀਤ ਸਿੰਘ ਨੇ ਕੀਤੀ ਹੈ। ਸੋ ਤੁਮ ਜਾਣੋ ਕੈ ਉਹ ਜਾਣੇ। ਉਹ ਤੂੰ ਜਾਣ ਜਾਂ ਇਹ ਜਾਣੇ। ਵੇਖੋ ਇੱਥੇ ਮਾਤਾ ਜੀ ਨੇ ਉਹਨੂੰ ਪਰਿਵਾਰਕ ਰੰਜਿਸ਼ ਦਾ ਨਾਂ ਨਹੀਂ ਦਿੱਤਾ, ਕਿਉਂਕਿ ਅਕਸਰ ਆਮ ਕਰਕੇ ਜਿਹੜੇ ਬਦਲੇ ਇਦਾਂ ਦੇ ਹੁੰਦੇ ਆ ਨਾ, ਬਦਲੇ 'ਚ ਵੀ ਫਰਕ ਹੁੰਦਾ। ਇੱਕ ਬਦਲਾ ਹੁੰਦਾ ਆਪਣੀ ਕੌਮ ਦੀ ਜਿਹੜੀ ਡਿੱਗੀ ਪੱਗ ਆ ਉਹਨੂੰ ਚੁੱਕ ਕੇ ਸਿਰ ਤੇ ਰੱਖਣ ਦਾ ਬਦਲਾ। ਇੱਕ ਬਦਲਾ ਆਪਣੀਆਂ ਨਿੱਜੀ ਜ਼ਰੂਰਤਾਂ ਲਈ, ਨਿੱਜੀ ਰੰਜਿਸ਼ਾਂ ਲਈ ਕਮਦਲੀ ਵਾਲਾ ਬਦਲਾ ਕਿ ਕਿਸੇ ਨਾਲ ਜਾ ਕੇ ਵਧੀਕੀ ਕਰਕੇ ਉਹਨੂੰ ਮਾਰ ਦੇਣਾ। ਮਾਤਾ ਜੀ ਨੇ ਇੱਥੇ ਉਹ ਬਦਲਾ ਨਹੀਂ ਕਿਹਾ ਵੀ ਜਿਹੜਾ ਅਜੀਤ ਸਿੰਘ ਨੇ ਬੇਰਵਾ ਮਾਰ ਦਿੱਤਾ ਤੇ ਤੁਸੀਂ 9ਵੇਂ ਪਾਤਸ਼ਾਹ ਨੂੰ ਸ਼ਹੀਦ ਕਰ ਦਿੱਤਾ ਤੇ ਬਦਲਾ ਬਰਾਬਰ ਹੋ ਗਿਆ। ਮਾਤਾ ਜੀ ਕਹਿੰਦੇ ਨਹੀਂ, ਉਹ ਕੌਮ ਦੀ ਲੱਥੀ ਹੋਈ ਪੱਗ ਜਿਹੜੀ 9ਵੇਂ ਪਾਤਸ਼ਾਹ ਨੂੰ ਤੁਸੀਂ ਸ਼ਹੀਦ ਕੀਤਾ ਨਾ, ਉਹ ਸਿਰ ਤੇ ਰੱਖਣ ਵਾਲੇ ਸੂਰਮੇ ਹੋਰ ਨੇ, ਜਿੱਥੇ ਲੋੜ ਹੋਵੇਗੀ ਉਹ ਆਪੇ ਲੈ ਲੈਣਗੇ। ਤੇ ਜਦੋਂ ਇਹਨਾਂ ਦਿਨਾਂ ਦੇ ਦੌਰਾਨ ਸਮੇਂ ਦੀ ਸਰਕਾਰ ਨੇ, ਕਾਂਗਰਸ ਸਰਕਾਰ ਨੇ ਹਮਲੇ ਕੀਤੇ ਨਾ ਅਕਾਲ ਤਖਤ ਸਾਹਿਬ ਤੇ, ਪਹਿਲਾ ਗੋਲਾ ਸ੍ਰੀ ਅਕਾਲ ਤਖਤ ਸਾਹਿਬ ਤੇ ਗੁੰਬਦ ਦੇ ਵਿੱਚ ਆ ਕੇ ਵੱਜਾ। ਉਹ ਅਕਾਲ ਤਖਤ ਸਾਹਿਬ ਦਾ ਗੁੰਬਦ ਨਹੀਂ ਹੈ, ਇਦਾਂ ਕਹਿ ਸਕਦੇ ਆ ਉਹ ਸਮੁੱਚੇ ਪੰਥ ਦਾ ਸਿਰ ਸੀ, ਸੀਸ ਸੀ।
ਦਰਬਾਰ ਸਾਹਿਬ ਦੀ ਬੇਹੁਰਮਤੀ ਵੇਖੀ, ਲਾਸ਼ਾਂ ਦੇ ਢੇਰ ਵੇਖੇ, ਤੇ ਭਾਈ ਸਤਵੰਤ ਸਿੰਘ ਤੇ ਭਾਈ ਬੇਅੰਤ ਸਿੰਘ ਜੀ ਨੇ ਵੇਖਿਆ ਵੀ ਇਹ ਪੱਗ ਲੈ ਗਈ ਪੰਥ ਦੀ, ਇਹ ਲੱਥੀ ਪੱਗ ਮੁੜ ਕੇ ਸਿਰ ਤੇ ਰੱਖਣੀ ਹੈ। ਤੇ ਉਸ ਜਰਵਾਣੀ ਨੂੰ ਜਾ ਕੇ ਸੋਧਾ ਲਾ ਕੇ ਸ਼ਹੀਦ ਬਦਲਾ ਲਿਆ। ਇਹ ਬਦਲਾ ਲੈਣਾ ਸੂਰਮਿਆਂ ਯੋਧਿਆਂ ਪਰ ਬਦਲਾ ਜਿਹੜਾ ਸਮੁੱਚੀ ਕੌਮ ਵਾਸਤੇ ਹੋਵੇ, ਆਪਣੀ ਨਿੱਜੀ ਰੰਜਿਸ਼ ਨਹੀਂ। ਮਾਤਾ ਜੀ ਕਹਿ ਰਹੇ ਨੇ ਉਹ ਬਦਲਾ ਜਦੋਂ ਲੈਣ ਦਾ ਥਾਂ ਹੋਵੇਗਾ ਉੱਥੇ ਹੋ ਜਾਏਗਾ ਉਹ ਕੰਮ ਵੀ, ਪਰ ਇਹ ਅਜੀਤ ਸਿੰਘ ਦੀ ਆਪਣੀ ਰੰਜਿਸ਼ ਸੀ। ਇਹ ਅਜੀਤ ਸਿੰਘ ਜਾਣੇ ਤੇ ਜਾਂ ਤੂੰ ਜਾਣੇ। ਹਾਂਜੀ, ਹਮਰੇ ਲਗਤ ਸਕਾਰ ਨ ਕੋਈ, ਸਾਡਾ ਅਜੀਤ ਸਿੰਘ ਨਾਲ ਕੋਈ ਵਾਹ ਵਾਸਤਾ ਨਹੀਂ। ਮੈਂ ਉਹਨੂੰ ਆਪਣੇ ਤੋਂ ਤਿਆਗ ਦਿੱਤਾ, ਬੇਦਖਲ ਕਰ ਦਿੱਤਾ। ਬਾਂਛਤ ਕਰੋ ਆਪ ਅਰ ਸੋਏ, ਹੁਣ ਤੈਨੂੰ ਜੋ ਭਾਉਂਦਾ ਤੂੰ ਕਰ ਅਜੀਤ ਸਿੰਘ ਨਾਲ, ਅਜੀਤ ਸਿੰਘ ਨੂੰ ਜੋ ਭਾਉਂਦਾ ਉਹ ਤੇਰੇ ਨਾਲ ਕਰੇ। ਇਹ ਤੁਸੀਂ ਹੁਣ ਦੋਵੇਂ ਆਪਸ ਵਿੱਚ ਫੈਸਲਾ ਕਰੋ। ਸੁਨ ਕੈ ਸ਼ਾਹੋ ਕੋਪ ਕਰ ਭਾਰੂ, ਸੁਣ ਕੇ ਬਾਦਸ਼ਾਹ ਬੜੇ ਗੁੱਸੇ ਵਿੱਚ ਆਇਆ। ਸੋ ਮੈਂ ਬਿਦਤੇ ਹੁਕਮ ਉਚਾਰੋ, ਕਹਿਣ ਲੱਗਾ ਉਸੇ ਵੇਲੇ ਹੁਕਮ ਕੀਤਾ। ਦੋ ਪਲਟਨ ਪਹੁੰਚੈ ਇਸ ਕਾਲਾ, ਕਹਿੰਦਾ ਦੋ ਪਲਟਣਾ, ਯਾਨੀ ਕਿ ਤਕਰੀਬਨ 1000 ਕੁ ਸਿਪਾਹੀਆਂ ਦੀਆਂ ਦੋ ਪਲਟਣਾ ਬਣ ਜਾਂਦੀਆਂ, 10 ਕੰਪਨੀਆਂ ਕਹਿ ਦਿੰਦੇ ਆ। ਤੋ 1000 ਕੁ ਬੰਦਾ ਸਿਪਾਹੀਆਂ ਦਾ ਉਸੇ ਵੇਲੇ ਨੇ ਭੇਜਣ ਦਾ ਹੁਕਮ ਜਾਰੀ ਕੀਤਾ। ਲਰਹਿ ਲਰਹੋ ਨਹਿ ਕੀਜੈ ਟਾਲਾ, ਕਹਿੰਦਾ ਵੀ ਜੇ ਲੜੇ ਤਾਂ ਲੜਿਓ, ਟਾਲਾ ਨਾ ਕਰਿਓ, ਤੇ ਜੇ ਨਾ ਲੜੇ ਤੇ ਫੜ ਕੇ ਗ੍ਰਿਫਤਾਰ ਕਰਕੇ ਉਹਨੂੰ ਬੇੜੀਆਂ 'ਚ ਬੰਨ ਕੇ ਜਕੜ ਕੇ ਮੇਰੇ ਕੋਲ ਲਿਆਓ। ਜਬ ਲੋ ਪਕੜਿਓ ਜਾਏ ਨਾ ਮਾਰੋ, ਜਦੋਂ ਤੱਕ ਫੜਿਆ ਨਾ ਜਾਵੇ ਉਦੋਂ ਤੱਕ ਉਹਨੂੰ ਮਾਰ ਮੁਕਾਇਓ। ਪਿਰਹਿ ਆਪ ਹਥਿਆਰ ਪ੍ਰਹਾਰੋ, ਜੇ ਆਪ ਆ ਕੇ ਮਿਲੇ ਹਥਿਆਰ ਸੁੱਟ ਕੇ ਤਾਂ ਫਿਰ ਉਹਨੂੰ ਪਕੜ ਕੇ ਮੁਸ਼ਕਾਂ ਬੰਨ ਕੇ ਲਿਆਉਣਾ। ਤਤ ਛਿਨ ਸੈਨ ਚਲੇ ਤਹ ਆਏ, ਬਾਦਸ਼ਾਹ ਨੇ ਇਸ ਤਰ੍ਹਾਂ ਹੁਕਮ ਕਰ ਦਿੱਤਾ। ਉਸੇ ਵੇਲੇ ਦੀ ਭੇਜੀ ਸੈਨਾ ਦੀ ਟੁਕੜੀ ਬੜੀ ਕਾਹਲੀ ਨਾਲ ਚੱਲ ਕੇ ਅਜੀਤ ਸਿੰਘ ਦੇ ਘਰ ਵੱਲ ਵਧੀ। ਅੱਗੋਂ ਅਜੀਤ ਸਿੰਘ ਤੇ ਉਹਦੇ ਸਾਥੀਆਂ ਨੇ ਵੀ ਗੁਰਮਤਾ ਕਰ ਲਿਆ, ਉੱਥੇ ਜਾ ਕੇ ਵੀ ਮਰਨਾ, ਇਹਦੇ ਨਾਲੋਂ ਚੰਗਾ ਇੱਥੇ ਲੜ ਕੇ ਮਰ ਚੱਲੀਏ। ਤੋ ਇਹਨਾਂ ਦੀ ਜੰਗ ਹੋ ਰਹੀ ਹੈ, ਯੁੱਧ ਹੋ ਰਿਹਾ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਸਾਧ ਸੰਗਤ ਜੀ, ਬੇਨਤੀ ਹੈ, ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਚੱਲ ਰਹੀ ਹੈ ਲੜੀਵਾਰ ਕਥਾ ਦੀ ਸਮਾਪਤੀ, ਔਰ ਪ੍ਰਾਚੀਨ ਪੰਥ ਪ੍ਰਕਾਸ਼ ਦੀ ਕਥਾ ਦੀ ਆਰੰਭਤਾ 9 ਜੂਨ ਦਿਨ ਬੁੱਧਵਾਰ ਨੂੰ ਸ਼ਾਮ ਦੇ ਸਮੇਂ 5:15 ਤੋਂ 6:15 ਵਜੇ ਤੱਕ ਇਸੇ ਸਮੇਂ ਕਥਾ ਦੀ ਸਮਾਪਤੀ ਹੋਵੇਗੀ ਔਰ ਪੰਥ ਪ੍ਰਕਾਸ਼ ਦੀ ਕਥਾ ਦੀ ਆਰੰਭਤਾ ਹੋਵੇਗੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਸਮੂਹ ਸਾਜੀਆਂ ਨਵਾਜੀਆਂ ਸੰਗਤਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰੋ ਔਰ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਦੂਸਰੀ ਬੇਨਤੀ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਪ੍ਰਣਾਮ ਸਿੰਘ ਜੀ ਵੱਲੋਂ ਹੈ ਕਿ ਰੋਜ਼ਾਨਾ 3 ਤੋਂ ਲੈ ਕੇ 5 ਵਜੇ ਤੱਕ ਜੋ ਅੰਮ੍ਰਿਤ ਸੰਚਾਰ ਹਾਲ ਹੈ, ਸਰਬੱਤ ਦੇ ਭਲੇ ਵਾਸਤੇ ਔਰ ਪੰਚਮ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਸਮਰਪਿਤ 13 ਜੂਨ ਤੱਕ ਸੁਖਮਣੀ ਸਾਹਿਬ ਜੀ ਦੇ ਜਾਪ ਸੰਗਤੀ ਰੂਪ 'ਚ ਹੁੰਦੇ ਨੇ। ਜਿਹੜੇ ਮਾਈ ਭਾਈ ਸੁਖਮਣੀ ਸਾਹਿਬ ਦੇ ਪਾਠਾਂ ਵਿੱਚ ਹਾਜ਼ਰੀਆਂ ਭਰਨਾ ਚਾਹੁੰਦੇ ਆ 3 ਤੋਂ 5 ਵਜੇ ਤੱਕ ਜੋ ਅੰਮ੍ਰਿਤ ਸੰਚਾਰ ਹਾਲ ਹੈ ਬਾਹਰ ਪ੍ਰਕਰਮਾਂ ਵਿੱਚ, ਉੱਥੇ ਹਾਜ਼ਰੀਆਂ ਭਰ ਕੇ ਸੁਖਮਣੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਜਾਪ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਹੈ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਘਨਾਸ। ਹੈ ਪੂਰਨ ਹੈ ਸਰਬ ਮੈਂ, ਪੰਜਨ ਗੁਣਤਾ। ਹੈ ਸੰਗੀ ਹੈ ਨਿਰੰਕਾਰ, ਨਿਰਗੁਣ ਸਭ ਟੇਕ। ਹੈ ਗੋਬਿੰਦ ਹੈ ਗੁਣ ਨਿਧਾਨ, ਕੈ ਸਦਾ ਵਿਵੇਕ। ਹੈ ਅਪਰੰਪਰ ਹਰ ਹਰੇ, ਹੈ ਪੇ ਹੋਵਨਹਾਰ। ਹੈ ਸੰਤ ਕੈ ਸਦਾ ਸੰਗ, ਤਾਰਾਇਆਧਾਰ। ਹੈ ਠਾਕੁਰ ਹੋ ਦਾਸਰੋ, ਗੁਣ 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 ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖੋ ਹੀਐ ਪਰੋ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਦਾ ਕਰ ਸੇਵੰਦੇ, ਪਾਰ ਉਤਾਰਨ ਹਾਰ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸ਼ਰਦਾ ਕਰ ਸੇਵੰਦੇ। ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।